गुरु प्यारी गुरु सवारी गुरु खालसा साध संगत जी, आप जी सब बड़े ही भागां वाले हो जो कि पिछले 11 दिनों तो भाव की अज 11वां दिन है। रोज़ रात नूं 6 बजे तो लै करके तकरीबन 9-10 वज ही जांदे सी संगत नूं। बहुत गिनती दे विच बड़े प्यार विच विराग विच संगतां ने हर साल दे सरबत दे मनुखता दे भले लई रखे गए जाप विच सिमरन अभ्यास विच बड़ी ही शरधा भावना प्यार चाह दे नाल हाजरी भरी। सो अज जाप की समाप्ति अते विश्व दे समूचे वर्ल्ड दे भले वास्ते सरबत दे भले वास्ते अरदास विच बड़ियां ही रंग रतलियां रूहां गुरु नूं प्यार करन वाले शरीर महापुरुषां नूं प्यार करन वाले शरीर छोटे बच्चे बड़े बाल गोपाल मातावां भैणां नौजवान जुगो जुग अटल साहिब श्री गुरु ग्रंथ साहिब जी महाराज चबर छतर तखत जी दे मालक साडे सारियां दे इष्ट साहिब श्री गुरु ग्रंथ साहिब महाराज जी की पवित्र मिठी गोद का निੱਘੀ गोद का आनंद माणदियां होइयां अज दे इह महान जाप समागम दे विच आप सारे तन मन धन करके हाजरी भर रहे हो। दास तो पहलों जदी टकसाल तो आए महापुरुषों के भेजे रागी जथे पासों आप जी ने तुरकी रब्बी इलाही गुरबाणी का भाई जाप सत्संग कीर्तन सरवण किया और उन्हां तो बाद अखाड़ा साहिब के विहंगम साधु महापुरुषों ने सत्संग किया और बड़े ही सत्कारयोग पट्टी वाली बीबियां दा जो रागी जथा है बड़े प्यारे बच्चे ने वो बहुत रस पीना कीर्तन गुरबाणी का करते ने गुरु घर नाल महापुरुषों नाल स्नेह रखते है। उन्होंने भी आप संगतां दे नाल परमात्मा की मिठी रस पीनी बाणी का हर जस करके आपां सारियां नूं रब नाल जोड़िया नाम नाल जोड़िया और बड़े ही सत्कारयोग सिंह साहब ज्ञानी नवनीत सिंह जी खालसा साडे अखाड़ा साहिब के उस्ताद ने वो बच्चों नूं पढ़ाउंदे रहे। उन्होंने भी आप संगतां दे नाल सांझ पाई है। उपरंत आप जी दे बच्चे ने सारे साडे सत्कारयोग बाबा वरिंदर मुनि जां वरिंदर सिंह कह लईए जिन्होंने बनारस विच पढ़न पाया उन्होंने भी आप संगतां दे विच कुछ समा हाजरी लाई और जिन्हें भी अखाड़ा साहिब दे साधु ने महात्मा ने सारे गुरु संगत विच विराजमान ने और संगत जी साडे सत्कारयोग जथेदार बाबा कुलदीप सिंह जी जो स्टेज की ड्यूटी निभा रहे हैं 77 की। इस प्रकार सारे जिथे जिथे सेवा लगी संगतां दी सारे सेवा निभा रहे हैं।
ਸੋ ਆਪ ਸੰਗਤਾਂ ਦੇ ਪਾਵਨ ਚਰਨਾਂ 'ਚ ਬੇਨਤੀ ਹੈ, ਜਿੱਥੇ ਕਿਤੇ ਵੀ ਜਗ੍ਹਾ ਭਾਈ ਮਿਲਦੀ ਆ, ਆਸਣ ਤੇ ਵਿਰਾਜਮਾਨ ਹੋ ਕੇ ਬੜੀ ਭਾਵਨਾ ਨਾਲ ਸਾਰਿਆਂ ਨੇ ਗੁਰੂ ਦਾ ਜਸ ਸਰਵਣ ਕਰਨਾ। ਸਿਮਰਨ ਵੀ ਭਗਤੀ ਹੈ, ਕਥਾ ਵੀ ਭਗਤੀ ਹੈ, ਕੀਰਤਨ ਵੀ ਭਗਤੀ ਹੈ। ਆਪਾਂ ਰੋਜ਼ ਸਿਮਰਨ ਜਾਪ ਕੀਤਾ ਹੈ, ਅਭਿਆਸ ਕੀਤਾ ਹੈ, ਗੁਰੂ ਨਾਨਕ ਦੀ ਬਾਪੂ ਦੀ ਖੁਸ਼ੀ ਲਈ ਹੈ। ਔਰ ਸੰਗਤ ਜੀ, ਜਿਹੜਾ ਕੀਰਤਨ ਹੈ ਨਾ, ਇਹ ਵੀ ਇੱਕ ਮਹਾਨ ਬੰਦਗੀ ਹੈ। ਸੁਦਾਸ ਦੀ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਰੋਮ ਰੋਮ ਕਰਕੇ ਬੇਨਤੀ ਹੈ, ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬੜੀ ਇਕਾਗਰਤਾ ਨਾਲ ਮਨ ਅਤੇ ਬਿਰਤੀ ਨੂੰ ਇਕਾਗਰ ਕਰਕੇ ਆਓ, ਕੰਨਾਂ ਨਾਲ ਸੁਣ ਕੇ। ਕੀਰਤਨ ਜਿਹੜਾ ਹੁੰਦਾ ਹੈ, ਕਥਾ ਹੁੰਦੀ, ਕੰਨਾਂ ਨਾਲ ਸੁਣਨਾ ਪੈਂਦਾ, ਜਪਣਾ ਰਚਨਾ ਨਾ ਹੁੰਦਾ। ਸਾਰਿਆਂ ਨੇ ਸਰਵਣ ਕਰਨਾ। ਅੱਜ ਦੇ ਦੀਵਾਨ ਆਪਾਂ ਉਹਨਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੇ ਅਕਾਲ ਪੁਰਖ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਦੀ ਕੁੱਖੋਂ ਜਨਮ ਲਿਆ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, ਮਹਾਨ ਤਪਸਵੀ, ਵਿਰਾਗ ਤਿਆਗ ਦੀ ਮੂਰਤ। ਐਸੇ ਦੀਨ ਦਿਆਲ, ਇੱਕ ਮਹਾਨ ਫਕੀਰ, ਇੱਕ ਮਹਾਨ ਤਪਸਵੀ, ਇੱਕ ਮਹਾਨ ਬੈਰਾਗੀ ਸਾਧੂ, ਇੱਕ ਮਹਾਨ ਗੁਰੂ ਨਾਨਕ ਦੇ ਫਰਜ਼ੰਦ ਦੀ ਆਪਾਂ ਗੱਲ ਕਰਨੀ ਹੈ। ਸੋ ਜਿੰਨੀਆਂ ਵੀ ਸੰਗਤਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਵਿਰਾਜਮਾਨ ਹਨ, ਤੇ ਮੈਂ ਬੇਨਤੀ ਕਰਨਾ ਵਾਂ, ਸਾਰੇ ਗੱਜ ਕੇ ਫਤਿਹ ਬੁਲਾਓ ਕਿ ਜਿਹੜਾ ਆਪਾਂ ਸਰਬੱਤ ਦੇ ਭਲੇ ਲਈ ਸਮਾਗਮ ਰੱਖਿਆ, ਸਾਡਾ ਚੜ੍ਹਦੀ ਕਲਾ 'ਚ ਜਾਵੇ, ਸਾਰੇ ਵਿਸ਼ਵ ਦਾ ਭਲਾ ਹੋਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਆਵਾਜ਼ ਇੰਨੀ ਨਹੀਂ ਆਈ, ਮੈਨੂੰ ਲੱਗਦਾ ਪਕੌੜੇ ਜ਼ਿਆਦਾ ਖਾ ਲਏ ਹੈ। ਸਿੰਘਾਂ ਦੀ ਆਵਾਜ਼ ਤੇ ਬੜੀ ਦੂਰ ਤੱਕ ਜਾਂਦੀ ਹੈ। ਇੱਕ ਹੀ 1.25 ਲੱਖ ਸਿੰਘ ਖਲੋਤਾ ਹੋਵੇ ਨਾ, ਤੇ ਦੂਰੋਂ ਲੱਖਾਂ 'ਚ ਖੜਿਆ, ਲੱਖਾਂ 'ਚ ਵੀ ਛੱਡੋ, ਕਰੋੜਾਂ 'ਚ ਵੀ ਖਾਲਸਾ ਪੁੱਤਰ ਗੁਰੂ ਦਸ਼ਮੇਸ਼ ਦਾ ਸਿੰਘ ਖਲੋਤਾ ਹੋਵੇ ਨਾ, ਤੇ ਪੂਰਾ ਵਿਸ਼ਵ ਇਹ ਕਹਿ ਸਕਦਾ ਵੀ ਇਹ ਸਿੱਖ ਹੈ, ਇਹ ਗੁਰੂ ਨਾਨਕ ਦਾ ਸਿੱਖ ਹੈ। ਤੇ ਅੱਜ ਸਾਡੇ ਸਿੱਖਾਂ ਦੀ ਆਵਾਜ਼ ਨਹੀਂ ਨਿਕਲਦੀ। ਕਾਰਨ ਕੀ ਹੈ ਭਾਈ? ਆਓ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਨੂੰ ਵੀ ਰਸ ਆਇਆ ਹੈ। ਗੁਰੂ ਨੇ ਸਰੀਰ ਦਿੱਤਾ ਹੈ, ਤੇ ਜੇ ਕਿ ਇਹਨੂੰ ਆਪਾਂ ਦੁਨੀਆ 'ਚ ਰਹਿੰਦੇ ਹਾਂ, ਜਿਹੜੀ ਫਤਿਹ ਨਾ, ਫਤਿਹ ਆਮ ਸਧਾਰਨ ਚੀਜ਼ ਨਹੀਂ ਕਿ ਅਸੀਂ ਇਹਨੂੰ ਨੋਰਮਲ ਜੀ ਲੈ ਲੈਂਦੇ ਹਾਂ ਵੀ ਵਾਹਿ ਖਾਲਸਾ ਵਾਹਿ ਫਤਿਹ। ਫਤਿਹ ਜਿੱਥੇ 5 ਕਕਾਰ ਜੀਵਨ ਅੰਮ੍ਰਿਤ ਦੀ ਦਾਸ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਆ ਨਾ, ਇੱਥੇ ਫਤਿਹ ਵੀ ਉਸ ਗੁਰੂ ਨੇ ਬਖਸ਼ੀ ਹੈ। ਉਸ ਫਤਿਹ ਦੇ ਵਿੱਚ ਵੀ ਗੁਰੂ ਹਾਜ਼ਰ ਹੁੰਦਾ। ਤੇ ਜਿਹੜਾ ਮਨੁੱਖ ਗੱਜ ਕੇ ਫਤਿਹ ਬੁਲਾਉਂਦਾ, ਤੇ ਮੈਂ ਦਾਅਵੇ ਨਾ ਕਹਿਣਾ ਕਲਗੀਧਰ ਪਾਤਸ਼ਾਹ ਵਿਰਾਜਮਾਨ ਹੁੰਦੇ। ਸਤਿ ਸ੍ਰੀ ਅਕਾਲ। ਆਓ ਸੰਗਤ ਜੀ, ਤੁਸੀਂ ਇੱਥੇ ਕੋਈ ਬੇਗਾਨੇ ਨਹੀਂ, ਸਾਰੇ ਗੁਰੂ ਨਾਨਕ ਦਾ ਪਰਿਵਾਰ, ਕਲਗੀਧਰ ਪਾਤਸ਼ਾਹ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਹੁਣ ਬਾਬਾ ਜੀ ਦੀ ਹਜ਼ੂਰੀ ਵਿੱਚ ਸਾਡੇ ਪੰਚਾਇਤੀ ਅਖਾੜਾ ਦੇ ਮਹੰਤ ਸਾਹਿਬਾਨ, ਮਹੰਤ ਮੇਸ਼ ਮੁਨੀ ਜੀ ਪਹੁੰਚੇ ਹੈ। ਜਥੇ ਵੱਲੋਂ, ਦਾਸ ਵੱਲੋਂ, ਸੰਗਤਾਂ ਵੱਲੋਂ ਜੀ ਆਇਆਂ ਨੂੰ।
ਅੱਜ ਦੇ ਦੀਵਾਨ 'ਚ ਗੱਲ ਕਰਨੀ ਹੈ ਬਾਬਾ ਸ਼੍ਰੀ ਚੰਦ ਜੀ ਦੀ। ਭਾਦਰੋਂ ਸੁਦੀ 9ਵੀਂ 1551 ਦੇ ਵਿੱਚ, ਭਾਦਰੋਂ ਸੁਦੀ 9ਵੀਂ 1551 ਦੇ ਵਿੱਚ ਸੁਲਤਾਨਪੁਰ ਦੀ ਪਾਵਨ ਧਰਤੀ ਜੋ ਅੱਜ ਵੀ ਪੰਜਾਬ ਦੇ ਵਿੱਚ ਹੈ, ਭਾਦਰੋਂ ਸੁਦੀ 9ਵੀਂ 1551 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਵਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ, ਜਿਹਦਾ ਨਾਮ ਬੜੇ ਸਤਿਕਾਰ ਨਾਲ ਸੰਗਤ ਜੀ ਸ਼੍ਰੀ ਚੰਦ ਰੱਖਿਆ ਗਿਆ। ਤੁਸੀਂ ਸਾਰੇ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਹੋ। ਜਿੱਦਣ ਘਰ ਦੇ ਵਿੱਚ ਪੁੱਤਰ ਜਨਮ ਲੈਂਦਾ ਹੈ ਤੇ ਬੜੇ ਜਸ਼ਨ ਤੇ ਬੜੀਆਂ ਖੁਸ਼ੀਆਂ ਭਾਈ ਮਨਾਈਆਂ ਜਾਂਦੀਆਂ। ਯਾਦ ਰੱਖੀਏ, ਪਿਤਾ ਕਲਿਆਣ ਚੰਦ, ਮਾਤਾ ਤ੍ਰਿਪਤਾ ਜੀ ਨੇ ਤੇ ਬੇਬੇ ਨਾਨਕੀ ਜੀ ਨੇ ਬੜੀਆਂ ਅਰਦਾਸਾਂ ਕਰਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਪਰਮਾਤਮਾ ਤੋਂ ਲਿਆ ਸੀ, ਤੇ ਭੂਆ ਬੇਬੇ ਨਾਨਕੀ ਜੀ ਨੇ ਬੜੀਆਂ ਅਰਦਾਸਾਂ ਬੇਨਤੀਆਂ ਕਰਕੇ ਮਾਤਾ ਤ੍ਰਿਪਤਾ ਜੀ ਨੇ, ਕਲਿਆਣ ਚੰਦ ਸਾਡੇ ਬਾਪੂ ਦੇ ਬਾਪੂ ਨੇ ਬੜੀਆਂ ਅਰਦਾਸਾਂ ਬੇਨਤੀਆਂ ਕਰਕੇ ਅਕਾਲ ਪੁਰਖ ਤੋਂ ਬਾਬਾ ਸ਼੍ਰੀ ਚੰਦ ਜੀ ਨੂੰ ਲਿਆ ਸੀ। ਸੰਗਤ ਜੀ, ਥੋੜਾ ਜਿਹਾ ਖੁੱਲੇ ਦਿਲ ਨਾਲ, ਖੁੱਲੇ ਦਿਮਾਗ ਨਾਲ ਸਾਰੇ ਮਾਈ ਭਾਈ ਵਿਚਾਰ ਨੂੰ ਸੁਣਿਓ, ਹੋ ਸਕਦਾ ਸਾਡੇ ਜੀਵਨ 'ਚ ਕੰਮ ਆਵੇ। ਜਿੱਥੇ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਬਾਗ ਸੁਲਤਾਨਪੁਰ ਸਾਹਿਬ, ਮਹਾਂਪੁਰਸ਼ਕਾਰ ਵਾਲਿਆਂ ਦੀ ਸੇਵਾ ਲੱਗੀ ਹੈ, ਉਸ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ ਜਨਮ ਅਵਤਾਰ ਲਿਆ। ਸਮਾਂ ਆਪਣੀ ਚਾਲ ਭਾਈ ਚੱਲਦਾ ਗਿਆ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੜੇ ਬਰਾਗੀ, ਬਚਪਨ ਤੋਂ ਹੀ ਬਰਾਗ ਵਿੱਚ ਰਹੇ, ਛੋਟੀ ਉਮਰ ਤੋਂ ਹੀ ਉਪਰਾਮ ਰਹੇ, ਜਗਤ ਤੋਂ ਵੱਖਰਾ ਵੱਖਰਾ ਰਹਿਣਾ। ਜਿੱਦਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ, ਗੁਰੂ ਗਰੀਬ ਨਵਾਜ ਬੜੇ ਬਰਾਗ ਵਿੱਚ ਰਹਿਣਾ, ਹਮੇਸ਼ਾ ਰੱਬ ਨਾਲ ਲਿਵ ਸੁਰਤੀ ਨੂੰ ਜੋੜ ਕੇ ਰੱਖਣਾ। ਇਸੇ ਪ੍ਰਕਾਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਬਚਪਨ ਤੋਂ ਹੀ ਬਰਾਗ ਤਿਆਗ ਦੇ, ਰੱਬੀ ਰਚ ਤੇ ਰੱਬੀ ਪਰਮਾਤਮਾ ਦੇ ਚਰਨਾਂ ਦੇ ਆਨੰਦ ਨੂੰ ਮਾਣਦੇ ਰਹੇ। ਉਹਨਾਂ ਨੂੰ ਘਰ ਦਾ ਕੋਈ ਮੋਹ ਨਹੀਂ ਸੀ। ਜਿੱਦਾਂ ਕਿ ਬਾਪੂ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਖੇਡਣ ਦਾ ਚਾਅ ਨਹੀਂ ਸੀ, ਬੱਚਿਆਂ ਤੋਂ ਬਚਪਨ ਦੇ ਵਿੱਚ ਵੱਖ ਬਹਿਣਾ, ਕਿਸੇ ਚੀਜ਼ 'ਚ ਰੁਚੀ ਤੇ ਮਨ ਨਾ ਲੱਗਣਾ। ਇਸੇ ਤਰ੍ਹਾਂ ਸੇਮ ਬਾਬਾ ਸ਼੍ਰੀ ਚੰਦ ਜੀ ਸੁਲਤਾਨਪੁਰ ਸਾਹਿਬ ਸਾਰਾ ਦਿਨ ਇੱਕ ਅਲੱਗ ਕਮਰੇ ਦੇ ਵਿੱਚ, ਜੰਗਲਾਂ ਦੇ ਵਿੱਚ, ਵਣਾਂ ਦੇ ਵਿੱਚ, ਸਮਾਧੀ ਦੇ ਵਿੱਚ ਰਹਿ ਕਰਕੇ ਜਪ ਤਪ ਕਰਨਾ। ਹੁਣੇ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ ਸੀ, ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ, ਸੰਤਨ ਕੀ ਧੂਰੇ। ਸੰਤ ਸ਼ਬਦ ਬੜਾ ਪਵਿੱਤਰ ਹੈ, ਬਾਬਾ ਸ਼ਬਦ ਬੜਾ ਪਵਿੱਤਰ ਹੈ। ਗੁਰਬਾਣੀ ਦੇ ਵਿੱਚ ਬੜੀ ਮਹਿਮਾ, ਸਾਧ ਕੀ ਮਹਿਮਾ ਵੇਦ ਨ ਜਾਣੈ। ਗੁਰਬਾਣੀ ਦੇ ਵਿੱਚ ਮਹਾਂਪੁਰਸ਼ਾਂ ਦੀ, ਸੁਖਮਨੀ ਸਾਹਿਬ ਦੀ ਪਵਿੱਤਰ ਗੁਰਬਾਣੀ ਪੜ੍ਹ ਲਓ, ਮਹਿਮਾ ਹੀ ਮਹਿਮਾ। ਉਹ ਸੁਖਮਨੀ ਸਾਹਿਬ ਤੁਸੀਂ ਪੜ੍ਹੋਗੇ ਨਾ ਤੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਨੇ ਪਹਿਲਾਂ ਆਖਿਆ ਆਦਿ ਗੁਰੇ ਨਮੈ। ਸਾਰੇ ਬੋਲੋ, ਆਦਿ ਗੁਰੇ ਜੁਗਾਦ ਗੁਰੇ ਸਤਿ ਗੁਰੇ ਸ੍ਰੀ ਗੁਰੂਦੇਵ ਨਮః। ਹੁਣ ਤੁਸੀਂ ਸੋਚੋ, ਆਦਿ ਜੁਗਾਦ ਤੇ ਆਦਿ ਜੁਗਾਦ
ਆਉਣ ਵਾਲਾ ਤੇ ਬੀਤਿਆ ਸਮਾਂ। ਆਦਿ ਗੁਰੇ ਨਮः, ਜੁਗਾਦ ਗੁਰੇ ਨਮः, ਸਤਿਗੁਰੇ ਨਮः, ਸ੍ਰੀ ਗੁਰੂ ਦੇਵੇ ਨਮः। ਗੁਰਦੇਵ ਵਰਤਮਾਨ ਦੇ ਗੁਰਦੇਵ ਨੂੰ ਆਖਿਆ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਰਾਮਦਾਸ ਆਪਣੇ ਪਿਤਾ ਨੂੰ ਗੁਰੂ ਜਾਣ ਕੇ ਨਮਸਕਾਰ ਕਰਦੇ, ਸ੍ਰੀ ਗੁਰਦੇਵੇ ਨਮः। ਉਹਨਾਂ ਨੇ ਗੁਰੂ ਰਾਮਦਾਸ ਦੇ ਭਾਵੇਂ ਪੁੱਤਰ ਨੇ ਤੇ ਪਰੰਤੂ ਉਹਨਾਂ ਨੇ ਸ੍ਰੀ ਗੁਰਦੇਵੇ ਨਮः ਨਮਸਕਾਰ ਕੀਤੀ ਹੈ ਆਪਣੇ ਪਿਤਾ ਗੁਰੂ ਨੂੰ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਸ੍ਰੀ ਗੁਰਦੇਵੇ ਨਮः। ਹੁਣ ਤੁਸੀਂ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਬਾਬਾ ਸ੍ਰੀ ਚੰਦ ਜੀ ਨੇ ਆਗਮਨ ਲਿਆ। ਜਿੱਦਾਂ ਕਿ ਗੁਰੂ ਨਾਨਕ ਨੇ ਆਪਣਾ ਬਚਪਨ ਬਿਤਾਇਆ, ਇਸੇ ਪ੍ਰਕਾਰ ਉਹਨਾਂ ਦੇ ਫਰਜ਼ੰਦ ਮਹਾਨ ਤਪਸਵੀ ਫਕੀਰਾਂ ਦੇ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਪੂਰਾ ਜੀਵਨ ਬਹੁਤ ਲੰਬਾ ਹੁੰਦਾ। ਆਪਣੀਆਂ ਤੇ ਕਲਯੁਗ 'ਚ ਉਮਰਾਂ ਬੜੀਆਂ ਥੋੜੀਆਂ, ਅਗਲੇ ਦਮ ਦਾ ਭਰੋਸਾ ਨਹੀਂ। ਪਰੰਤੂ ਅੱਜ ਵਿਗਿਆਨ ਤੌਰ ਤੇ ਮਨੁੱਖ ਦੀ ਉਮਰ ਨੂੰ 60, 65, 70 ਦੇ ਕਰੀਬ ਮੰਨਿਆ ਜਾਂਦਾ ਹੈ। ਅੱਬਲ ਤੇ ਅੱਜ ਦੇ ਯੁੱਗ 60 ਸਾਲ ਦਾ ਦੱਸਿਆ ਕਿ 60 ਸਾਲ ਸਫ਼ਰ ਅਸੀਂ ਕਰ ਸਕਦੇ ਹਾਂ। ਟੈਨਸ਼ਨਾਂ ਬੜੀਆਂ, ਬਿਮਾਰੀਆਂ ਬੜੀਆਂ, ਰੋਗ ਬੜੇ ਨੇ, ਪਰੰਤੂ ਬਾਬਾ ਸ੍ਰੀ ਚੰਦ ਜੀ ਨੇ 151 ਸਾਲ, ਬਾਬਾ ਬੁੱਢਾ ਸਾਹਿਬ ਜੀ 150 ਸਾਲ ਜੀਵਨ ਜੀਵਿਆ ਤੇ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਤੋਂ 1 ਸਾਲ ਵੱਧ 151 ਸਾਲ ਜੀਵਨ ਇਸ ਮਾਤ ਲੋਕ ਦੀ ਧਰਤੀ ਤੇ ਜੀਵਿਆ। ਹੁਣ ਧਿਆਨ ਦਿਓ, ਬਚਪਨ ਦੀਆਂ ਬਾਲ ਲੀਲਾ ਬੜੀਆਂ ਨੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਦੀਆਂ। ਆਪਾਂ ਹੁਣੇ ਧਾਰਨਾ ਵਿੱਚ ਵੀ ਧੂੜ ਮੰਗੀ, ਮਹਾਰਾਜ ਸਾਨੂੰ ਉਹਨਾਂ ਸਤਿਪੁਰਸ਼ਾਂ, ਉਹਨਾਂ ਰੱਬੀ ਪਿਆਰਿਆਂ, ਉਹਨਾਂ ਜੀਵਾਂ ਦੇ ਚਰਨਾਂ ਦੀ ਧੂੜ ਬਣਾ ਜਿਨ੍ਹਾਂ ਤੇਰਾ ਨਾਮ ਜਪਿਆ ਤੇ ਜਿਹੜੇ ਤੇਰਾ ਨਾਮ ਜਪਦੇ ਹੈ। ਸੰਗਤ ਜੀ, ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਜਿਹੜੀ ਖਾਕ ਹੁੰਦੀ ਨਾ, ਧੂੜ, ਤੇ ਜਿਹੜੀ ਉਹ ਧੂੜ ਹੈ ਉਹਦੇ ਵਿੱਚ ਇੰਨੀ ਬਖਸ਼ਿਸ਼ ਹੁੰਦੀ, ਅਸੀਂ ਮੱਥੇ ਨੂੰ ਵੀ ਲਾ ਲਈ ਨਾ ਮਿੱਟੀ ਨੂੰ, ਮਿੱਟੀ ਹੁੰਦੀ ਵੈਸੇ ਤੇ ਬੰਦਾ ਐਡਾ ਹੰਕਾਰੀ ਹੋ ਗਿਆ, ਇਹਨੂੰ ਇਹ ਭੁੱਲ ਗਿਆ ਕਿ ਮੈਂ ਆਪ ਹੀ ਮਿੱਟੀ ਹਾਂ, ਸਰੀਰ ਵੀ ਮਿੱਟੀ ਹੈ। ਤੇ ਜੇਕਰ ਤੁਸੀਂ ਸਤਿਪੁਰਸ਼ਾਂ, ਮਹਾਂਪੁਰਸ਼ਾਂ, ਰੱਬੀ ਪਿਆਰਿਆਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣੇ ਹੋ, ਉਹ ਤੁਸੀਂ ਜੋੜੇ ਝਾੜਦੇ ਆ। ਤੇ ਜੋੜੇ ਝਾੜਨ ਦਾ ਭਾਵ ਇਹ ਹੀ ਹੈ ਕਿ ਆਪਣੇ ਕੀਤੇ ਪਾਪ, ਆਪਣੇ ਮਾੜੇ ਕਰਮ ਕੱਟ ਲੈਣੇ। ਸੇਵਾ ਬੰਦੇ ਦੇ ਮਨ ਨੂੰ, ਰੂਹ ਨੂੰ ਪਵਿੱਤਰ ਕਰਦੀ ਹੈ, ਮੈਲ ਕੱਟਦੀ। ਸਿਮਰਨ ਪਰਮਾਤਮਾ ਤੱਕ ਪਹੁੰਚਾ ਦਿੰਦਾ ਹੈ। ਸਿਮਰਨ ਇੱਕ ਪੌੜੀ ਹੈ। ਸਮਝਣ ਦਾ ਪ੍ਰਯਾਸ ਕਰਿਓ। ਆਪਾਂ ਇਹੀ ਪੜ੍ਹ ਰਹੇ ਸੀ, ਰੱਬਾ ਉਹਨਾਂ ਚਰਨਾਂ ਦੀ ਧੂੜ ਬਣਾਈ ਜਿਨ੍ਹਾਂ ਤੇਰਾ ਨਾਮ ਜਪਿਆ। ਜਿੱਦਾਂ ਕਿ ਬਾਬਾ ਸ੍ਰੀ ਚੰਦ ਜੀ ਦਾ ਜੀਵਨ ਇੱਕ ਮਹਾਨ ਤਪਸਵੀ, ਆਪ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਸਾਰੇ ਜੀਵਨ ਤੇ ਦਾਸ ਨੇ ਬੇਨਤੀ ਕਰਨੀ ਹੈ। ਮੇਰੀ ਬੇਨਤੀ ਹੈ, ਇਕਾਗਰਤਾ ਬਣਾਓ। ਬਾਹਰ ਜਿੰਨੀਆਂ ਸੰਗਤਾਂ ਨੇ ਪੰਡਾਲ 'ਚ ਬੈਠੋ, ਪਰ ਪੰਡਾਲ ਛੋਟਾ ਹੋ ਗਿਆ, ਜਿੱਥੇ ਵੀ ਜਗ੍ਹਾ ਮਿਲਦੀ ਬੈਠੋ। ਆਓ ਪੜ੍ਹੀਏ ਸਾਰੇ। ਧੂੜ ਚੁੱਕ ਕੇ ਮੱਥੇ ਨਾਲ ਲਾਵਾਂ, ਓ ਰੱਬਾ ਤੇਰੇ ਪਿਆਰਿਆਂ ਚੁੱਕ ਕੇ ਮੱਥੇ ਨਾਲ ਲਾਵਾਂ, ਰੱਬਾ ਤੇਰੇ ਪਿਆਰਿਆਂ। ਧੂੜੀ ਚੁੱਕ ਕੇ ਮੱਥੇ ਨਾਲ ਲਾਵਾਂ, ਰੱਬਾ ਤੇਰੇ ਪਿਆਰਿਆਂ ਦੀ। ਧੂੜੀ ਚੁੱਕ ਕੇ ਮੱਥੇ ਨਾਲ ਲਾਵਾਂ, ਰੱਬਾ ਤੇਰੇ ਪਿਆਰਿਆਂ ਦੀ।
ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ। ਚੁੱਕ ਕੇ ਮੱਥੇ ਨਾਲ ਲਾਵਾਂ, ਮੱਥੇ ਦੇ ਨਾਲ ਲਾਵਾਂ ਓ ਰੱਬਾ ਤੇਰੇ ਪਿਆਰਿਆਂ ਦੀ। ਚੁੱਕ ਕੇ ਮੱਥੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ। ਤੂੜੀ ਚੁੱਕ ਕੇ ਮੱਥੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ। ਤੂੜੀ ਚੁੱਕ ਕੇ ਮੱਥੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ। ਇਤਿਹਾਸ ਦੀ ਘਟਨਾ ਹੈ। ਬਾਲਟ ਸਾਹਿਬ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪ ਕੀਤਾ। ਜ਼ਿਲ੍ਹਾ ਗੁਰਦਾਸਪੁਰ ਜਿੱਥੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 6 ਮਹੀਨੇ ਘੱਟੋ ਘੱਟ ਗੁਰੂ ਬਾਬਾ ਜੀ ਨੇ ਬਿਤਾਏ। ਸਾਡੇ ਗੁਰੂ ਸਾਹਿਬ ਨੇ, ਸਤਿਗੁਰੂ ਜੀ ਨੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਪੁੱਤਰ ਬਾਬਾ ਗੁਰਦਿੱਤਾ ਸਾਹਿਬ ਉਸ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਭੇਟ ਕੀਤਾ। ਇਹ ਸਾਖੀ ਦੀ ਲੜੀ ਨੂੰ ਹੌਲੀ ਹੌਲੀ ਅੱਗੇ ਤੋਰਦਿਆਂ ਮੈਂ ਪਿੱਛੇ ਜੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਸੀ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਵਿਸ਼ਵ ਦੇ ਵਿੱਚ ਜਿਸ ਤਰ੍ਹਾਂ ਕਿ ਉਹਨਾਂ ਦੇ ਜੀਵਨ ਨੂੰ ਦਰਸਾਇਆ, ਫਰਮਾਇਆ ਤੇ ਸੁਣਾਇਆ ਗਿਆ, ਬਿਲਕੁਲ ਸੰਗਤ ਜੀ ਕਹਿਣਾ ਨਹੀਂ ਚਾਹੀਦਾ ਮੇਰੀ ਆਪਣੀ ਰਚਨਾ ਛੋਟੀ ਹੈ, ਮੈਂ ਕਿੰਤੂ ਪਰੰਤੂ ਆਪਣੀ ਜ਼ਿੰਦਗੀ 'ਚ ਕਦੇ ਕੀਤਾ ਨਹੀਂ, ਨਾ ਸਤਿਪੁਰਸ਼ਾਂ ਦੇ ਜੀਵਨ ਤੇ ਨਾ ਹੀ ਆਮ ਲੋਕਾਂ ਦੇ ਜੀਵਨ ਤੇ। ਆਪਣੇ ਜੀਵਨ ਦਾਸ ਨੇ ਰੱਬ ਦੀ ਬਾਣੀ ਦੀ ਨਾਮ ਦੀ ਗੱਲ ਕੀਤੀ। ਮੈਂ ਅੱਜ ਵੀ ਕਿਸੇ ਤੇ ਟਿੱਪੀ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਪਰੰਤੂ ਹਾਲਾਤ ਜਦੋਂ ਇਹੋ ਜਿਹੇ ਹੁੰਦੇ ਨੇ ਜਗਤ ਦੇ, ਤੇ ਸੰਗਤ ਜੀ ਜੋ ਦਰਸਾਇਆ ਗਿਆ, ਜੋ ਵਿਖਾਇਆ ਗਿਆ, ਜੋ ਸੁਣਾਇਆ ਗਿਆ, ਹੁਣ ਤੁਸੀਂ ਦਿਮਾਗ ਤੇ ਬੋਝ ਪਾਉਣਾ। ਇੱਕ ਗੁਰੂ ਨਾਨਕ ਦੀ ਤਸਵੀਰ ਮੰਨ ਲਓ, ਗੁਰੂ ਨਾਨਕ ਦਾ ਸਰੂਪ ਬਣਿਆ, ਇੱਕ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਸੇ ਪੇਂਟਰ ਆਰਕੀਟੈਕਟ ਨੇ ਬਣਾ ਦਿੱਤਾ, ਇੱਕ ਬਾਬਾ ਸ਼੍ਰੀ ਚੰਦ ਦਾ ਸਰੂਪ ਕਿਸੇ ਨੇ ਬਣਾ ਦਿੱਤਾ। ਆਪਾਂ ਦੀਵਾਰਾਂ 'ਚ ਘਰਾਂ 'ਚ ਲਾ ਲਿਆ। ਕੀ ਤੁਸੀਂ ਸਹਿਮਤ ਹੋਵੋ ਕਿ ਗੁਰੂ ਨਾਨਕ ਐਸੇ ਸਨ? ਤੁਸੀਂ ਸਹਿਮਤ ਹੋਵੋਗੇ ਕਿ ਦਸ਼ਮੇਸ਼ ਪਿਤਾ ਦਾ ਅਸਲ ਸਰੂਪ ਹੈ? ਤੁਸੀਂ ਕਿਸ ਤਰ੍ਹਾਂ ਸਹਿਮਤ ਹੋਵੋਗੇ ਕਿ ਬਾਬਾ ਸ਼੍ਰੀ ਚੰਦ ਦਾ ਇਹ ਜਿਹੜਾ ਫੋਟੋ, ਜਿਹਨੂੰ ਆਪਾਂ ਫੋਟੋ ਸਰੂਪ ਪਿਕਚਰ ਕਹਿੰਦੇ ਹਾਂ, ਉਹ ਅਸੀਂ ਕਿਵੇਂ ਦਾਅਵਾ ਕਰ ਸਕਦੇ ਹਾਂ ਕਿ ਅਸਲੀ ਹੈ? ਹੈ ਕੋਈ ਦੁਨੀਆ? ਸੰਗਤ ਜੀ ਯਾਦ ਰੱਖੀਏ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਫੋਟੋ ਬਣਾਉਣ ਵਾਲੇ ਮੰਨ ਲਓ ਕਿ ਇੱਕ ਸ਼ੋਭਾ ਸਿੰਘ ਨੇ ਬਣਾਈ, ਤੇ ਦੁਨੀਆ 'ਚ ਉਹ ਪਿਕਚਰ, ਉਹ ਸਰੂਪ ਪ੍ਰਚਲਿਤ ਹੋ ਗਿਆ। ਨਾਨਕਸਰ ਵਾਲੇ ਮਹਾਂਪੁਰਖਾਂ ਨੇ ਬਣਾਈ ਕਿ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ, ਐਸਾ ਸਰੂਪ ਸੀ, ਉਹ ਪ੍ਰਚਲਿਤ ਹੋ ਗਿਆ। ਹੋਰ ਵੀ ਐਸੇ ਸਰੂਪ ਨੇ ਜਿਨ੍ਹਾਂ ਨੂੰ ਪ੍ਰਚਲਿਤ ਕਰਨ ਵਾਲੇ ਅਸੀਂ ਮਨੁੱਖ ਸੀ, ਪਰ ਪਰਮਾਤਮਾ ਦੇ ਦੋ ਸਰੂਪ ਨੇ, ਸਰਗੁਣ ਤੇ ਨਿਰਗੁਣ। ਸਰਗੁਣ ਤੇ ਨਿਰਗੁਣ। ਹੁਣ ਜਿਹੜਾ ਸਰੂਪ ਅਸੀਂ ਕੰਧਾਂ ਦੀਵਾਰਾਂ ਤੇ ਘਰਾਂ 'ਚ ਲਾਏ ਆ, ਅਸੀਂ ਉਹਦੀ ਪੂਜਾ ਵੀ ਕਰਦੇ ਹਾਂ, ਅਸੀਂ ਧੂਪ ਬੱਤੀ ਵੀ ਕਰਦੇ ਹਾਂ, ਨਮਸਕਾਰਾਂ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ। ਮੈਂ ਦਾਸ
ਇੱਕ ਗੁਰੂ ਘਰ ਦਾ ਚੌਂਕੀਦਾਰ ਹੋਣ ਕਰਕੇ ਇਹ ਸਵਾਲ ਕਰਦਾ ਕਿ ਤੁਸੀਂ ਕਿਵੇਂ ਸਮਰਪਿਤ ਹੋ ਕਿ ਇਹ ਗੁਰੂ ਨਾਨਕ ਦਾ ਹੀ ਸਰੂਪ ਹੈ। ਅੱਜ ਤੋਂ 76 ਸਾਲ ਪਿੱਛੇ ਚਲੇ ਜਾਈਏ, ਸਾਡੇ ਕੋਲ ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਨਹੀਂ ਹੈਗੀਆਂ, ਤੇ ਅੱਜ ਵਾਲੀ ਪਨੀਰੀ ਜਿਹੜੀ ਪੌਦ ਹੈ, ਇਹਨਾਂ ਨੂੰ ਆਪਣੇ ਦਾਦੇ ਬਾਬਿਆਂ ਦੀਆਂ ਸ਼ਕਲਾਂ ਵੀ ਨਹੀਂ ਯਾਦ ਹੈਗੀਆਂ, ਤੇ ਇਹ ਲੋਕ ਗੁਰੂ ਨਾਨਕ ਦਾ ਸਰੂਪ ਕਿਵੇਂ ਬਣਾ ਸਕਦੇ? ਗੁਰੂ ਨਾਨਕ ਨੂੰ ਦੇਖਣ ਵਾਲੀਆਂ ਅੱਖਾਂ ਬਹੁਤ ਬਿਰਲੇ ਲੋਕਾਂ ਕੋਲ ਨੇ, ਘੱਟ ਨੇ। ਆਓ ਮੈਂ ਇਸ ਲੜੀ ਨੂੰ ਥੋੜਾ ਅੱਗੇ ਲੈ ਕੇ ਜਾਵਾਂ, ਬਾਲਟ ਸਾਹਿਬ ਦੀ ਗੱਲ ਬਾਅਦ ਵਿੱਚ ਕਰਾਂਗੇ। ਕਈਆਂ ਨੇ ਇੱਕ ਸਮਾਂ ਸੀ, ਬੜਾ ਜ਼ੋਰ ਸ਼ੋਰ ਮਚਾਇਆ ਗਿਆ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ 1920 ਦੇ ਵਿੱਚ। ਜਿੰਨੇ ਵੀ ਗੁਰਦੁਆਰੇ ਸਨ, ਧਾਰਮਿਕ ਕੇਂਦਰ ਸਨ ਜਾਂ ਤਖਤ ਸਨ, ਅਕਾਲ ਤਖਤ ਸਾਹਿਬ ਸੀ, ਸਭ ਉਦਾਸੀਆਂ ਦੇ ਅੰਡਰ ਸਨ ਤੇ ਨਿਰਮਲੇ ਸੰਪਰਦਾ ਦੇ। ਜਦੋਂ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ, ਗੁਰਦੁਆਰਾ ਨਨਕਾਣਾ ਸਾਹਿਬ ਸਾਕਾ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉੱਥੋਂ ਦੇ ਮੌਜੂਦਾ ਮਹੰਤ ਜੀ ਜਿਹਨੂੰ ਅੱਜ ਛਟੇਜਾਂ ਤੇ ਨਰੈਣੂ ਮਹੰਤ ਕਿਹਾ ਜਾਂਦਾ, ਉਸ ਮਹੰਤ ਦੇ ਕਰਕੇ ਕਿ ਬਹੁਤੀਆਂ ਖੁੱਲੀਆਂ ਜ਼ਮੀਨਾਂ ਜਾਇਦਾਦਾਂ ਹੋਣ ਕਰਕੇ ਗੁਰਦੁਆਰਿਆਂ 'ਚ ਬਹਿ ਕੇ ਸ਼ਰਾਬ ਪੀਣੀ, ਮਾੜੇ ਕੰਮ ਕਰਨੇ, ਤੇ ਸਿੱਖਾਂ ਦੇ ਵਿੱਚ ਜਦੋਂ ਰੋਸ ਭਰਿਆ, ਬੜੀਆਂ ਸ਼ਹਾਦਤਾਂ ਹੋਈਆਂ ਤੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ ਤੋਂ ਛੁਡਵਾਇਆ ਗਿਆ। ਜਦੋਂ ਇਹ ਪ੍ਰਬੰਧ ਸ਼੍ਰੋਮਣੀ ਕਮੇਟੀ 1925-26 ਦੇ ਵਿੱਚ ਰਜਿਸਟਰ ਹੁੰਦੀ ਹੈ ਕਾਨੂੰਨੀ ਤੌਰ ਤੇ, ਤੇ ਜਿੰਨੇ ਵੀ ਗੁਰਦੁਆਰਿਆਂ ਧਾਰਮਿਕ ਕੇਂਦਰਾਂ 'ਚ ਉਦਾਸੀ ਬਾਬੇ ਸੀ, ਉਦਾਸੀ ਸ਼ਬਦ ਹੈ ਪੰਜਾਬੀ ਦਾ, ਉਦਾਸੀਨ ਸ਼ਬਦ ਹੈ ਸੰਸਕ੍ਰਿਤ ਦਾ। ਉਦਾਸੀ ਪੰਜਾਬੀ ਦਾ, ਜਿਵੇਂ ਕਿ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਉਦਾਸੀ ਸ਼ਬਦ ਪੰਜਾਬੀ ਦਾ, ਉਦਾਸੀਨ ਸ਼ਬਦ ਸੰਸਕ੍ਰਿਤ ਦਾ। ਤੇ ਜਦੋਂ ਉਸ ਅਟੈਕ ਦੇ ਵਿੱਚ ਬਹੁਤ ਸਾਰਾ ਖੂਨ ਖਰਾਬਾ ਹੁੰਦੀਆਂ, ਸ਼ਹਾਦਤਾਂ ਹੁੰਦੀਆਂ, ਉਦਾਸੀ ਬਾਬਿਆਂ ਨੂੰ ਗੁਰਦੁਆਰਿਆਂ 'ਚੋਂ ਕੱਢਤਾ, ਔਰ ਕਈਆਂ ਨੇ ਰੋਸ ਵਿੱਚ ਸਿੱਖ ਮਤ ਤੋਂ ਅਲੱਗ ਹੋਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਭਲੀ ਭੂਤ ਜਾਣੂ ਹੋ, ਅੱਜ ਵੱਡੇ ਵੱਡੇ ਪ੍ਰਚਾਰਕ ਔਰ ਕਈ ਸਾਡੇ ਉਦਾਸੀ ਮਹਾਂਪੁਰਸ਼ਾਂ ਨੇ ਕਿਤਾਬਾਂ ਦੇ ਟੀਕੇ ਕੀਤੇ ਔਰ ਲਿਖਿਆ ਕਿ ਉਦਾਸੀ ਜਿਹੜੇ ਸਨ ਇਹ ਗੁਰੂ ਨਾਨਕ ਦੇ ਸਿੱਖ ਨਹੀਂ ਸਨ। ਗੁਰੂ ਨਾਨਕ ਦੇ ਸਿੱਖ ਨਹੀਂ ਸਨ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪੋਲ ਦਾ ਅੰਮ੍ਰਿਤ ਛਕਾਇਆ। ਹੁਣ ਧਿਆਨ ਨਾਲ ਸਾਰਾ ਸਰਵਣ ਕਰਿਓ। ਉਦਾਸੀਆਂ ਨੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਤ ਰੇਣ ਉਦਾਸੀ ਦਾ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਕਲਿਆਣ ਚੰਦ ਜੀ ਨੇ 20 ਰੁਪਏ ਦੇ ਕੇ ਘੱਲਿਆ, ਨਾਨਕ ਜਾਂ ਖਰਾ ਸੌਦਾ ਸੱਚਾ ਸੌਦਾ ਕਰਕੇ ਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜੰਗਲਾਂ ਦੇ ਵਿੱਚ ਬਾਬਿਆਂ ਨੂੰ, ਸੰਤਾਂ ਨੂੰ ਭੋਜਨ ਛਕਾ ਦਿੱਤਾ। ਤੁਸੀਂ ਸੁਣਿਆ ਨਾ ਕਥਾ ਸਾਰਿਆਂ ਨੇ। 20 ਰੁਪਈਆਂ ਦਾ ਗੁਰੂ ਨਾਨਕ ਸੌਦਾ ਕਰਕੇ ਆਏ, ਘਰੋਂ ਝਿੜਕਾਂ ਪਈਆਂ। ਕਈਆਂ ਨੇ ਬਣਾਇਆ ਕਿ ਜਿਹੜਾ ਰੇਣਦਾਸ ਸੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਸੀ। ਹੁਣ ਦੂਜੇ ਪਾਸੇ ਇੱਕ ਬਹੁਤ ਵੱਡੇ ਸਾਜ਼ਿਸ਼ ਘਟੀ ਗਈ ਹੈ ਕਿ ਗੁਰੂ ਨਾਨਕ ਦੇਵ ਦਾ ਗੁਰੂ ਜਿਹੜਾ ਸੀ ਉਹ ਰੇਣਦਾਸ ਹੈ ਤੇ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਅਬਨਾਸੀ ਮੁਨੀ ਹੈ। ਤੇ ਜਿਹੜਾ ਅਬਨਾਸੀ ਸ਼ਬਦ ਹੈ ਉਹ ਕੱਲਾ ਮਾਤਰਾ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ 'ਚ ਨਹੀਂ ਆਇਆ, ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਆਇਆ।
ਅਬਨਾਸੀ ਦਾ ਮਤਲਬ ਜਿਹੜਾ ਨਾਸ਼ ਨਹੀਂ ਹੋ ਸਕਦਾ, ਸਦਾ ਰਹਿਣ ਵਾਲਾ, ਉਹ ਹੈ ਅਕਾਲ ਪੁਰਖ। ਦੇਖੋ, ਲੋਕਾਂ ਨੇ ਗੁਰੂ ਨਾਨਕ ਨੂੰ ਨਹੀਂ ਬਖਸ਼ਿਆ ਤੇ ਬਾਬਾ ਸ਼੍ਰੀ ਚੰਦ ਜੀ ਦੇ ਪਵਿੱਤਰ ਜੀਵਨ ਨੂੰ ਬਹੁਤ ਤਰੋੜਿਆ ਤੇ ਮਰੋੜਿਆ ਗਿਆ। ਮੈਂ ਫਿਰ ਦੁਬਾਰਾ ਆਪਣੇ ਬਚਨਾਂ ਨੂੰ ਰਿਪੀਟ ਕਰਾਂ। ਮੈਂ ਉਦਾਸੀ ਸੰਪਰਦਾ ਨੂੰ ਵੀ ਬੇਨਤੀ ਕਰਦਾ, ਤੁਸੀਂ ਆਪਣੇ ਜਿੰਨੇ ਵੀ ਗ੍ਰੰਥ ਨੇ ਨਾ ਚੱਕ ਕੇ ਲਿਆਓ। ਮੈਂ ਦਾਅਵਾ ਕਰ ਸਕਦਾ ਕਿ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਗੁਰੂ ਨਾਨਕ ਹੀ ਹੈ। ਇਹ ਭਾਵੇਂ ਸ਼ਾਸਤਰਾਂ ਨਾਲ ਆ ਜਾਣ, ਵਿਦਾਂਤਾਂ ਨਾਲ ਆ ਜਾਣ, ਕਿਸੇ ਪ੍ਰਕਾਰ ਵੀ ਆ ਜਾਣ, ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਤੇ ਟੁੱਟੇ ਟੁੱਟੇ ਮੂਲ ਤੋਂ, ਪਰ ਲੋਕਾਂ ਨੂੰ ਨਾ ਤੋੜੋ। ਅਵਿਨਾਸ਼ੀ ਪਾਰ ਬ੍ਰਹਮ ਪਰਮਾਤਮਾ ਪਰਮੇਸ਼ਵਰ ਨੂੰ ਕਿਹਾ ਗਿਆ। ਹੁਣ ਇਹ ਆਚਾਰਿਆ ਦੋਸ਼ਿਤ ਕਰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਖਰੇ 363ਵੇਂ ਆਚਾਰਿਆ ਨੇ ਬਾਬਾ ਸ਼੍ਰੀ ਚੰਦ ਜੀ। ਦੇਖੋ, ਦੁਨੀਆ ਕਿੱਦਣ ਤੋਂ ਬਣੀ ਹੈ, ਹਜ਼ਾਰਾਂ ਕਰੋੜਾਂ ਸਾਲ ਹੋ ਗਏ, ਗਿਣਤੀ 'ਚ ਨਹੀਂ ਆ ਰਹੇ, ਤੇ ਅਸੀਂ ਕਹਿ ਰਹੇ ਹਾਂ ਵੀ ਇਹ 363ਵੇਂ ਆਚਾਰਿਆ ਉਦਾਸੀਆਂ ਦੇ। ਇੱਦਾਂ ਕਿੱਦਾਂ ਹੋ ਸਕਦਾ? ਮੁੱਢਲੀ ਗੱਲ ਇਹ ਆ ਕਿ ਸਭ ਤੋਂ ਇਹ ਜਦੋਂ ਉਦਾਸੀ ਮਹਾਂਪੁਰਸ਼ ਰੁੱਸ ਕੇ ਵੱਖਰੇ ਹੁੰਦੇ ਨੇ ਨਾ, ਤੇ ਇਹਨਾਂ ਨੇ ਆਖਿਆ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ, ਭਲਿਓ ਲੋਕੋ। ਇਹ ਤਾਂ 1925 ਤੋਂ ਬਾਅਦ ਦੀ ਗੱਲ। ਔਰ ਮੈਂ ਪਹਿਲਾਂ ਦੀ ਗੱਲ ਸੁਣਾਉਣਾ। ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਆਪਣਾ ਪੁੱਤਰ ਦਿੰਦੇ ਨੇ ਨਾ, ਜਿੱਦਣ ਬਾਬਾ ਗੁਰਦਿੱਤਾ, ਤੇ ਬਾਬਾ ਗੁਰਦਿੱਤਾ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਸੰਗਤ ਜੀ, ਬਾਬਾ ਸ਼੍ਰੀ ਚੰਦ ਦੇ ਪਹਿਲੇ ਸਿੱਖ ਹੋਏ ਨੇ ਬਾਬਾ ਗੁਰਦਿੱਤਾ ਜੀ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਚਾਰਕ, ਜਿਨ੍ਹਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਪਹਿਲੇ ਸਿੱਖ ਪ੍ਰਚਾਰਕ ਹੋਏ ਨੇ ਬਾਬਾ ਸ਼੍ਰੀ ਚੰਦ ਜੀ। ਸ੍ਰੀ ਅਕਾਲ। ਆਪ ਸੰਗਤਾਂ ਜਦੋਂ ਯੂਪੀ ਜਾਂਦੇ ਨੂੰ, ਨਾਨਕ ਮੱਤਾ ਸਾਹਿਬ ਗੁਰਦੁਆਰਾ ਤੁਸੀਂ ਸੁਣਿਆ, ਦੀਵਾਲੀ ਦਾ ਬਹੁਤ ਮੇਲਾ ਭਰਦਾ ਉੱਥੇ। ਕਿਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਧਾਂ ਨੇ ਉਹ ਬੋੜ ਪਿੱਪਲ ਚੱਕਤਾ ਸੀ, ਤੇ ਗੁਰੂ ਨਾਨਕ ਨੇ ਹੱਥ ਕਰਕੇ ਰੋਕਿਆ ਸੀ। ਇੱਕ ਸਮਾਂ ਸੀ ਉਸ ਅਸਥਾਨ ਦੀ ਸੇਵਾ ਬਾਬਾ ਅਲਮਸ ਸਾਹਿਬ ਜੀ ਕਰਵਾ ਰਹੇ ਸਨ। ਤੇ ਜਦੋਂ ਉਹ ਮਹਾਂਪੁਰਸ਼ ਸੇਵਾ ਕਰਵਾ ਰਹੇ ਸਨ, ਉਹਨਾਂ ਨੇ ਉਸ ਇਲਾਕੇ 'ਚ ਯੂਪੀ ਦੇ ਵਿੱਚ ਮੂਲ ਮੰਤਰ ਦਾ ਬੜਾ ਪ੍ਰਚਾਰ ਕੀਤਾ। ਲੋਕਾਂ ਨੂੰ ਜਪਜੀ ਸਾਹਿਬ ਪੜ੍ਹਾਇਆ, ਗੁਰੂ ਨਾਨਕ ਦੇ ਸਿਧਾਂਤ ਤੇ ਘਰ ਨਾਲ ਜੋੜਿਆ। ਤੇ ਸੰਗਤ ਜੀ, ਉਸ ਸਮੇਂ ਵੀ ਜਦੋਂ ਸਿੱਧਾਂ ਨੇ ਸਤਾਇਆ, ਤੇ ਉਹਨਾਂ ਨੇ 6ਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੰਤਰ ਆਤਮਾ ਧਿਆਨ ਧਰ ਕੇ ਅਰਦਾਸ ਕਰਕੇ ਯਾਦ ਕੀਤਾ, ਹਜ਼ੂਰ ਤੁਸੀਂ ਮੇਰੀ ਰੱਖਿਆ ਕਰੋ, ਮੈਂ ਬੜੇ ਸੰਕਟ ਵਿੱਚ ਹਾਂ, ਗੁਰੂ ਘਰ ਦਾ ਅਪਮਾਨ ਹੋ ਰਿਹਾ। ਤੇ 6ਵੇਂ ਪਾਤਸ਼ਾਹ ਬੜੀ ਚੜ੍ਹਦੀ ਕਲਾ 'ਚ ਬਾਬੇ ਅਲਮਸਤ ਪਾਤ ਯੂਪੀ ਨਾਨਕ ਮੱਤਾ ਸਾਹਿਬ ਪਹੁੰਚੇ। ਤੁਸੀਂ ਕਦੇ ਵੀ ਇਤਿਹਾਸ ਪੜ੍ਹ ਸਕਦੇ ਹੋ। ਇਹ ਨਾ ਸੋਚੋ ਕਿ ਮੈਂ ਐਵੇਂ ਦੱਸ ਰਿਹਾ, ਇਹ ਸੱਚਾਈ ਹੈ। ਲਾਈਵ ਚੱਲ ਰਿਹਾ, ਕੋਈ ਵੀ ਸਵਾਲ ਕਰ ਸਕਦਾ। ਜਦੋਂ ਗੁਰੂ ਪਾਤਸ਼ਾਹ ਨੇ ਉੱਥੇ ਜਾ ਕਰਕੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਉਹਨਾਂ ਨੇ ਜਿਹੜਾ ਰੁੱਖ ਸੀ ਪਿੱਪਲ ਦਾ, ਗੁਰੂ ਨਾਨਕ ਸਾਹਿਬ ਦੀ ਯਾਦ ਦਰਸਾਉਂਦਾ ਸੀ। ਤੁਸੀਂ ਯਕੀਨ ਕਰੋਗੇ, ਧਰਤੀ ਤੋਂ ਬਹੁਤ ਉੱਚਾ ਅੱਜ ਵੀ, ਪਰ ਸਾਡੇ ਕਾਰਜਲ ਮਹਾਂਪੁਰਸ਼ਾਂ ਨੇ ਮਿੱਟੀ ਭਰਤ ਪਾ ਕੇ ਵੀ ਇੱਦਾਂ ਲੱਗਦਾ ਵੀ ਉਹ ਧਰਤੀ ਨਾਲ ਜੁੜਿਆ, ਪਰ ਹੈ ਉੱਚਾ। ਸੰਗਤ ਜੀ, ਜਦੋਂ ਰੁੱਖ ਦਰਖਤ ਪਿੱਪਲ ਨੂੰ ਛਾੜ ਦਿੱਤਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੇਸਰ ਦੇ ਚਿੱਟੇ ਮਾਰੇ ਜਦੋਂ, ਤੇ ਉਹ ਰੁੱਖ ਹਰਿਆ ਭਰਿਆ ਹੁੰਦਾ। ਅੱਜ ਵੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਇੱਕ ਉਹੀ ਪਿੱਪਲ ਹੈ ਜਿਹਨੂੰ ਅੱਜ ਵੀ ਜੇ ਪੱਤੇ ਉਗਦੇ ਤਾਂ ਕੇਸਰ ਦੇ ਛਿੱਟਿਆਂ ਵਾਂਗੂ ਉਗਦੇ ਆ।
ਅੱਜ ਵੀ ਤੁਸੀਂ ਉਸ ਪਿੱਪਲ ਦੇ ਦਰਖਤ ਦੇ ਪੱਤਿਆਂ ਨੂੰ ਦੇਖ ਸਕਦੇ ਹੋ। ਉਹਨਾਂ 'ਤੇ ਸਾਨੂੰ ਕੇਛੜ ਦੇ ਛਿੱਟਿਆਂ ਦੇ ਨਿਸ਼ਾਨ ਵਾਂਗੂ ਦਰਸ਼ਨ ਹੋਣਗੇ। ਪੂਰੇ ਵਿਸ਼ਵ ਦੇ ਵਿੱਚ ਅੱਜ ਵੀ ਉਹ ਗੁਰੂ ਨਾਨਕ ਦੀ ਯਾਦ ਨੂੰ ਤੇ ਬਾਬੇ ਅਲਮਸਤ ਦੀ ਯਾਦ ਨੂੰ ਦਰਸਾਉਂਦਾ ਹੈ ਕਿ ਜਿਹੜੇ ਬਾਬਾ ਸ਼੍ਰੀ ਚੰਦ ਜੀ ਦੇ ਬੜੇ ਪਿਆਰੇ ਸੇਵਕ ਹੋਏ ਨੇ। ਆਓ ਸਾਰੇ ਪਿਆਰ ਵਿੱਚ ਪੜ੍ਹੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਅਕਾਲ ਪੁਰਖ ਸਨ ਤੇ ਅਕਾਲ ਪੁਰਖ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ, ਇਹ ਕਹਿੰਦੇ ਨੇ ਸਾਡੇ ਵਾਲੇ ਕਿ ਪਿਤਾ ਦਾ ਚੇਲਾ ਨਹੀਂ ਬਣ ਸਕਦਾ ਕੋਈ। ਤੇ ਯਾਦ ਰਹੇ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਬਾਅਦ ਜਿੰਨੇ ਵੀ ਗੁਰੂ ਸਨ, ਪੁੱਤਰ ਤੇ ਪਿਤਾ ਦਾ ਰਿਸ਼ਤਾ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਜਿੰਨੇ ਗੁਰੂ ਗੱਦੀ ਤੇ ਗੁਰਦੇਵ ਬੈਠੇ, ਪਿਤਾ ਤੇ ਪੁੱਤਰ ਦਾ ਹੀ ਨਾਤਾ ਰਿਹਾ। ਆਓ ਬੜੇ ਪਿਆਰ ਵਿੱਚ ਸਾਰੇ ਪੜ੍ਹ ਲਈਏ। ਬਾਬਾ ਸ਼੍ਰੀ ਚੰਦ ਜੀ ਸਾਡੇ ਸਾਰਿਆਂ ਤੇ ਮਿਹਰ ਕਰਨ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਪਿਆਰੇ ਜੀ ਤਾਰਨ ਆਏ ਦੁਨੀਆ ਨੂੰ। ਮੇਰੇ ਪਿਆਰੇ ਤਾਰਨ ਆਏ ਦੁਨੀਆ ਨੂੰ। ਮੇਰੇ ਪਿਆਰੇ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ
बसरों जागत के पूर्ण सुखा के कांत साच पास मम वंदना जाका नाम श्री चांद बीच जटा का मुकुट पासक सोए चांद हृदय में आके बसो श्री गुरु नानक नंद नानक पुत्र चंद्र की दीन बंधु अवतार भगतन के हृदय बसो संतन प्राण आधार सब जग जानन हार साच जान कर आपनो दीजा होए उबार तो संगत जी श्री गुरु नानक देव महाराज जी ने अपने जीवन काल 4 उदासियां लाइया। की लाइया? 4 उदासियां। ਅੱਜ ਕਿਹਾ ਜਾਂਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਇੱਕ ਵੱਖਰਾ ਪੰਥ ਚਲਾਇਆ ਕਿ ਉਹ ਸਿੱਖ ਮਤ ਤੋਂ ਸਿੱਖ ਘਰਾਣੇ ਤੋਂ ਵੱਖਰੇ ਸਨ। ਉਹ ਭਲਿਓ ਲੋਕੋ, ਉਦੋਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦਾ ਬੂਟਾ ਲਾਉਣਾ ਹੀ ਕੀਤਾ ਸੀ। ਹਜੇ ਸਿੱਖ ਧਰਮ ਹੋਂਦ 'ਚ ਪ੍ਰਫੁੱਲਤ ਹੋਇਆ ਵੀ ਨਹੀਂ ਸੀ। ਜਿੱਦਣ ਬਾਬਾ ਸ਼੍ਰੀ ਚੰਦ ਜੀ ਕੋ 7-8 ਸਾਲ ਦੇ ਸਨ ਤੇ ਗੁਰੂ ਨਾਨਕ ਦੀ ਉਮਰ ਹੋਏਗੀ ਘੱਟੋ ਘੱਟ 31 ਸਾਲ। ਹੋਸ਼ ਕਰੋ, ਅਸੀਂ ਕਹਿ ਰਹੇ ਹਾਂ ਕਿ ਗੁਰੂ ਨਾਨਕ ਦੇ ਪੁੱਤਰ ਨੇ ਵੱਖਰਾ ਪੰਥ ਚਲਾ ਲਿਓ। ਭਲਿਓ ਲੋਕੋ, ਕਿਵੇਂ ਚਲਾ ਲਿਆ? ਪੰਥ ਤੇ ਉਦਣ ਹੋਂਦ ਵਿੱਚ ਪੈਦਾ ਹੋ ਰਿਹਾ ਸੀ। ਪੰਥ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਸਤੇ 10 ਜਾਮੇ ਧਾਰਨ ਕਰਨੇ ਪਏ ਆ। ਇਸ ਨਾਨਕ ਦੀ ਜੋਤ ਨੂੰ 10 ਗੁਰੂਆਂ ਦਾ ਆਉਣ ਦਾ ਕਾਰਨ ਕੀ ਸੀ? ਇਹ ਮੈਨੂੰ ਦੱਸੋ ਤੁਸੀਂ। ਹੱਦ ਹੋ ਗਈ ਹੈ। ਕਹਿੰਦੇ ਗੁਰੂ ਨਾਨਕ ਦੇ ਪੁੱਤਰ ਨੇ ਵੱਖਰਾ ਪੰਥ ਚਲਾਇਆ। ਤੁਸੀਂ ਉਦੋਂ ਜੰਮੇ ਸੀ? ਉਦੋਂ ਤਾਂ ਕਿਹੜਾ ਜਨਮ ਨਹੀਂ ਹੋਇਆ ਜਿਹੜੇ ਅੱਜ ਸਟੇਜਾਂ ਤੇ ਲਲਕਾਰੇ ਮਾਰਦੇ। ਉਹ ਭਾਈ, ਉਦੋਂ ਸਿੱਖ ਪੰਥ ਪ੍ਰਫੁੱਲਤ ਹੋਇਆ ਹੀ ਨਹੀਂ ਸੀ। ਸਿੱਖੀ ਦੀ ਨੀਂਹ ਰੱਖੀ ਸੀ ਗੁਰੂ ਨਾਨਕ ਨੇ, ਸਿੱਖੀ ਦੀ ਨੀਂਹ। ਤੇ ਦੂਜੇ ਗੁਰੂ ਬਣੇ ਸੀ ਗੁਰੂ ਅੰਗਦ ਦੇਵ ਮਹਾਰਾਜ। ਪਹਿਲੇ ਪ੍ਰਚਾਰਕ ਸਨ ਬਾਬਾ ਸ਼੍ਰੀ ਚੰਦ ਮਹਾਰਾਜ। ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੱਖਰੇ ਸਨ? ਮੈਂ ਫਿਰ ਦੁਬਾਰਾ ਰਿਪੀਟ ਕਰਾਂ, ਜਿੰਨੇ ਮਰਜ਼ੀ ਗ੍ਰੰਥ ਚੱਕ ਲਿਆਉਣ ਸਾਰੇ, ਦਾਸ ਇੱਕ ਗੱਲ ਦਾ ਪ੍ਰੂਫ ਨਾਲ, ਇੱਕ ਮਾਨ ਨਹੀਂ ਮੈਨੂੰ, ਜਿਹੜੀ ਮੈਂ ਦਾਤ ਲਈ ਹੈ ਨਾ ਬਾਬੇ ਸ਼੍ਰੀ ਚੰਦ ਤੋਂ, ਆ ਜਿਹੜਾ ਝੋਲੀਆਂ ਕਰ ਕਰਕੇ ਰਾਤ ਦਿਨ ਜਾਗ ਜਾ ਕੇ ਭੁੱਖੇ ਰਹਿ ਕੇ ਲਈ ਆ, ਮੈਂ ਆਪੇ ਬਾਪੂ ਦੀ ਜਿਹੜੀ ਦਾੜੀ ਨੂੰ ਹੱਥ ਲਾ ਕੇ ਕਹਿੰਦਾ, ਕਲਗੀਧਰ ਦੀ ਕਿਰਪਾ, ਅੰਮ੍ਰਿਤ ਦੀ ਕਿਰਪਾ ਮੇਰੇ ਤੇ, ਮੈਂ ਇਹਨਾਂ ਸਾਰਿਆਂ ਨਾਲ ਵਿਚਾਰ ਕਰ ਸਕਦਾ। ਐਸੇ ਮੂਰਖ ਲੋਕ ਮਨ ਵਿੱਚ ਕਈ ਵਾਰ ਰੋਸ ਤੇ ਦੁੱਖ ਹੁੰਦਾ ਵੀ ਕੁੱਤਾ ਜਿਹੜੇ ਘਰ ਦਾ ਰੋਟੀ ਖਾਂਦਾ ਨਾ, ਰੋਟੀ ਗਲੀ ਜਾਂਦੇ ਵੀ ਕੋਈ ਤੂੰ ਰੋਟੀ ਪਾ ਦਈਏ ਤੁਹਾਡਾ ਛੱਜਣ ਬਣ ਜਾਂਦਾ, ਉਹ ਤੁਹਾਡਾ ਨਾਂ ਰਹਿੰਦਾ। ਉਹ ਸਾਡੇ ਬਾਬਿਆਂ ਨੇ ਇੰਨੇ ਵਰੇ ਹੋ ਗਏ, ਇਹਨਾਂ ਨਾਲ ਜਪ ਕੀਤਾ, ਇਹਨਾਂ ਨਾਲ ਤਪ ਕੀਤਾ, ਇਹਨਾਂ ਨਾਲ ਭਜਨ ਕੀਤਾ, ਗੁਰੂ ਨਾਨਕ ਦੇ ਸਿਧਾਂਤ ਦਾ ਇੰਨਾ ਪ੍ਰਚਾਰ ਕੀਤਾ। ਨੇਪਾਲ ਦੇ ਜੰਗਲਾਂ ਤੱਕ, ਰਸੀਆ, ਰੂਸ ਤੱਕ ਜਾ ਕਰਕੇ, ਅਰਬ ਦੀਆਂ ਖਾੜੀਆਂ ਤੱਕ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ 2 ਨਿਸ਼ਾਨ ਉਹਨਾਂ ਨੇ ਲਾਏ। ਪਵਿੱਤਰ ਸਰੋਵਰ 'ਚ ਜਿਹੜਾ ਜਲ ਪਾਇਆ, ਨਿਰਵਾਣ ਪ੍ਰੀਤਮ ਦਾਸ ਜੀ, ਨਿਰਵਾਣ ਸੰਤੋਖ ਦਾਸ ਜੀ ਨੇ ਪਾਇਆ। ਅੱਜ ਸਾਡੇ ਵਾਲੇ ਲਾਣੇ ਨੂੰ ਪਤਾ ਨਹੀਂ ਕੀ ਦੰਦਲ ਪੈ ਗਈ ਸਿੱਖ ਕਰਨ ਤੋਂ। ਤੁਸੀਂ ਯਾਦ ਰੱਖੋ, ਉਦੋਂ ਗੁਰੂ ਨਾਨਕ ਪਾਤਸ਼ਾਹ ਉਦੋਂ 4 ਉਦਾਸੀਆਂ ਕਿੱਥੋਂ ਸ਼ੁਰੂ ਕੀਤੀਆਂ ਸੀ? ਸੁਲਤਾਨਪੁਰ ਤੋਂ। ਤੇ ਬਾਬਾ ਜੀ ਦਾ ਜਨਮ ਕਿੱਥੇ ਹੋਇਆ? ਸੁਲਤਾਨਪੁਰ। ਉਦੋਂ ਤੇ ਭਾਈ ਸਿੱਖੀ ਦਾ ਬੂਟਾ ਖੜਾ ਕਰਨਾ ਸੀ ਗੁਰੂ ਨਾਨਕ ਨੇ। ਇਸ ਸਿੱਖੀ ਦੇ ਬੂਟੇ ਨੂੰ ਖੜਾ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਨੇ ਸਰਬੰਸ ਪਰਿਵਾਰ ਵਾਰ ਦਿੱਤਾ ਸੀ। ਸੰਗਤ ਜੀ, ਇਸ ਸਿੱਖੀ ਦੇ ਬੂਟੇ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨੇ ਸਾਰਾ ਕੁਝ ਵਾਰ ਕੇ
ਖਾਲਸੇ ਨੂੰ ਪੁੱਤਰ ਬਣਾ ਕੇ ਆਖਿਆ, इन पुत्रन के शीश पर वार दिए छुत चार, चार मुए तो क्या हुआ जीवत ਕਈ ਹਜ਼ਾਰ। ਆ ਜਿਹੜੀਆਂ ਪੱਗਾਂ ਆ ਸਰਦਾਰੀਆਂ ਸਾਡੇ ਸਿਰ ਤੇ ਨੇ ਨਾ, ਉਹਨਾਂ ਨੇ ਪਰਿਵਾਰ ਵਾਰਿਆ ਤੇ ਸਾਨੂੰ ਮਿਲੀਆਂ ਵਾ। ਐਵੇਂ ਥੋੜਾ ਵੀ ਅਸੀਂ ਅੱਜ ਸਾਡੇ ਕੋਲ ਕਕਾਰ ਚੱਕਣੇ ਔਖੇ ਐ, ਕੁੜੀਆਂ ਨੂੰ ਸਿਰ ਤੇ ਚੁੰਨੀ ਲੈਣੀ ਔਖੀ, ਮੁੰਡਿਆਂ ਨੂੰ ਦਸਤਾਰ ਸਜਾਉਣੀ ਔਖੀ। ਏਦਾਂ ਥੋੜਾ ਇਹ ਕਾਇਮ ਹੋਇਆ ਸਭ ਕੋ। ਹੁਣ ਧਿਆਨ ਨਾਲ ਫਿਰ ਸੁਣਿਓ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਨੇ ਸਿੱਖੀ ਦਾ ਬੂਟਾ ਲਾਇਆ। ਬਾਬੇ ਭੇਖ ਬਣਾਇਆ। ਭਾਈ ਗੁਰਦਾਸ ਜੀ ਨੂੰ ਤੁਸੀਂ ਕੀ ਮੰਨਦੇ ਹੋ? ਬਾਬਾ ਸ਼੍ਰੀ ਚੰਦ ਜੀ ਨੂੰ ਤੁਹਾਡੀ ਨਿਗਾਹ 'ਚ ਕੁਛ ਨਹੀਂ, ਚਲੋ ਛੱਡੋ। ਭਾਈ ਗੁਰਦਾਸ ਜੀ ਨੂੰ ਤੁਸੀਂ ਕੀ ਮੰਨਦੇ ਹੋ? ਗੁਰੂ ਘਰ ਦਾ ਮਹਾਨ ਸਿੱਖ, ਜਿਨ੍ਹਾਂ ਦੀਆਂ ਵਾਰਾਂ ਨੂੰ ਇੰਨਾ ਮਾਣ ਮਿਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਤੇ ਭਾਈ ਗੁਰਦਾਸ ਦੀਆਂ ਅੱਖਾਂ ਦੇ ਵਿੱਚ, ਉਹ ਕਿਸੇ ਆਮ ਬੰਦੇ ਨੇ ਲਿਖਿਆ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸ਼ੋਧਨ ਤਰਤ ਲੁਕਾਈ। ਇੱਕ ਪੁੱਤਰੀ ਕੋਲ ਤੇ ਪਹੁੰਚ ਜਾਣਗੇ, ਕਿਤੇ ਪਹੁੰਚ ਜਾਣਗੇ, ਕਿਤੇ ਪਹੁੰਚ ਜਾਣਗੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਵਾਂ, ਧਾਰਮਿਕ ਗ੍ਰੰਥਾਂ ਦੇ ਵਿੱਚ ਬੜੀ ਮਿਲਾਵਟ ਹੋਈ ਹੈ। ਦੁਨੀਆ ਅੱਜ ਦੀ ਹੈ, ਵੇਦ ਸ਼ਾਸਤਰ ਗ੍ਰੰਥ ਅੱਜ ਦੇ ਕੋਈ ਲਿਖੇ ਹੈ, ਯੁੱਗ ਹੋ ਗਏ ਹੈ। ਤੇ ਸੰਗਤ ਜੀ, ਅੱਜ ਤੋਂ 25 ਸਾਲ ਪਿੱਛੇ ਚਲੇ ਜਾਓ, ਘਰ ਕੱਚੇ ਸੀ ਲੋਕਾਂ ਦੇ, ਤੇ ਅੱਜ ਜੇ ਘਰ ਪੱਕੇ ਹੋ ਗਏ ਤੇ ਕੀ ਤੁਸੀਂ 25 ਸਾਲ ਪਹਿਲੋਂ ਜਿਹੜਾ ਸਾਡੇ ਬਜ਼ੁਰਗਾਂ ਨੇ ਸੰਤਾਪ ਹੰਢਾਇਆ, ਜ਼ਮੀਨਾਂ ਬਣਾਈਆਂ, ਜੰਗਲਵਾਦ ਕੀਤੇ, ਉਹ ਤੁਹਾਡੇ ਲਈ ਜ਼ੀਰੋ ਹੈ? ਮੈਨੂੰ ਦੱਸੋ। ਉਹ ਸਾਡੇ ਲਈ ਮਾਇਨਾ ਨਹੀਂ ਰੱਖਦਾ। 25 ਸਾਲ ਪਹਿਲੋਂ ਸਾਡੇ ਕੋਠੇ ਚੋਂਦੇ ਹੁੰਦੇ ਸੀ, ਮੀਂਹ ਪੈ ਜਾਂਦਾ ਸੀ, ਬਾਲੇ ਹੁੰਦੇ ਸੀ, ਬਾਲੇ। ਕਿ ਉਹ ਸਾਡੇ ਵਾਸਤੇ ਕੁਝ ਮਾਇਨਾ ਨਹੀਂ ਰੱਖਦਾ? ਹੱਡ ਤੋੜਲੇ ਲੋਕਾਂ ਨੇ, ਬਜ਼ੁਰਗਾਂ ਨੇ ਆ ਕੇ ਪੈਲੀਆਂ ਵਾਹ ਕੇ, ਭੁੱਖਣ ਭਾਣੇ ਰਹਿ ਕੇ, ਤੇ ਅਸੀਂ ਕੀ ਉਸ ਚੀਜ਼ ਨੂੰ ਕੀ ਕਵਾਂਗੇ ਵੀ ਉਹ ਐਵੇਂ ਸੀ, ਕਮਲੇ ਸੀ? ਯਾਦ ਰੱਖੀਏ, ਬਜ਼ੁਰਗਾਂ ਦੀਆਂ, ਮਹਾਂਪੁਰਸ਼ਾਂ ਦੀਆਂ ਜਿਹੜੀਆਂ ਕਮਾਈਆਂ, ਉਹਨਾਂ ਕਰਕੇ ਦੁਨੀਆ ਖੜੀ ਹੈ। ਜੇਕਰ ਬਾਬਾ ਸ਼੍ਰੀ ਚੰਦ ਜੀ ਦਾ 527ਵਾਂ ਤੇ 528ਵਾਂ ਸਾਲ ਆਗਮਨ ਪੁਰਬ ਮਨਾਉਣਾ, 25 ਸਾਲ ਪਹਿਲਾਂ ਅੱਜ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਕੀ ਸੀ। ਆ ਤੂੜੀ ਵਾਲੀ ਤਰੰਗਲੀ ਦਾ ਪੁੱਛਲੇ ਦੱਸ ਨਹੀਂ ਸਕਦੇ ਨਿਆਣੇ ਵੀ ਤਰੰਗਲੀ ਕੀ ਹੁੰਦੀ ਹੈ। ਤੇ ਸੰਗਤ ਜੀ, ਯਾਦ ਰੱਖੀਏ, ਆਉਣ ਵਾਲੇ ਕੁਝ ਸਾਲਾਂ ਬਾਅਦ ਸਾਡੀਆਂ ਨਸਲਾਂ ਇੰਨੀਆਂ ਕਮਜ਼ੋਰ ਹੋ ਜਾਣੀਆਂ ਵੀ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਹੋ ਜਾਣਾ। ਕਿ ਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਧਰਮ ਨੂੰ ਚਲਾ ਰਹੇ ਸੀ, ਧਰਮ ਦੇ ਬੂਟੇ ਨੂੰ ਉਗਾ ਰਹੇ ਸੀ। ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੇ ਜਨਮ ਲਿਆ। 10ਵੇਂ ਪਾਤਸ਼ਾਹ ਤੱਕ ਕਿੰਨਾ ਗੈਪ ਹੈ। ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਕਿੱਡਾ ਲੰਮਾ ਜ਼ਿੰਦਗੀ ਦਾ ਸਫ਼ਰ ਕੀਤਾ। ਇਸ ਦਰਖਤ ਨੂੰ, ਇਸ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਬੜਾ ਸੰਘਰਸ਼ ਕੀਤਾ। ਤੇ ਮੈਂ ਦਾਅਵੇ ਨਾਲ ਕਹਿਣਾ ਕਿ ਗੁਰੂ ਨਾਨਕ ਦੇ ਘਰ ਦੇ ਪਹਿਲੇ ਪ੍ਰਚਾਰਕ ਸਨ ਬਾਬਾ ਸ਼੍ਰੀ ਚੰਦ ਜੀ। ਔਰ ਦੂਸਰੇ ਨੰਬਰ ਤੇ ਗੁਰੂ ਨਾਨਕ ਪਾਤਸ਼ਾਹ। 4 ਉਦਾਸੀਆਂ ਲਾਈਆਂ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਇਹ ਉਦਾਸੀ ਦੀ ਰੀਤ ਗੁਰੂ ਨਾਨਕ ਨੇ ਚਲਾਈ। ਬਾਬੇ ਨੇ 4 ਗੁੱਠਾਂ ਦੇ ਵਿੱਚ ਪ੍ਰਚਾਰ ਕਰਕੇ ਸਿੱਖੀ ਦਾ। ਤੇ ਗੁਰੂ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਆਏ ਨਾ, ਜਦੋਂ ਹੁਣ ਆ ਖੁੱਲਿਆ ਲਾਂਘਾ, ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਤੇ ਉੱਥੇ ਗੁਰੂ ਸਾਹਿਬ ਦੇ ਖੇਤ ਨੇ, ਖੂਹ ਹੈ, ਪੁਰਾਣੀਆਂ ਚੀਜ਼ਾਂ ਸਾਰੀਆਂ ਉੱਦਾਂ ਹੀ ਨੇ। ਤੇ ਦੇਖਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵਾਈ ਵੀ ਕੀਤੀ, 4 ਉਦਾਸੀਆਂ ਲਾ ਕੇ ਜਿਹੜੇ ਭੰਗਵੇਂ ਵਸਤਰ ਸੀ ਉਤਾਰਤੇ ਸੀ।
ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਹ ਵਸਤਰ ਦਿੱਤਾ ਕਿਹਨੂੰ ਸੀ ਗੁਰੂ ਨਾਨਕ ਸਾਹਿਬ ਨੂੰ। ਕਹਿੰਦੇ ਨੇ ਕਿ ਜੇ ਗੁਰੂ ਨਾਨਕ ਸਾਹਿਬ ਮੱਕੇ ਗਏ ਨੀਲੇ ਵਸਤਰ ਪਾ ਕੇ ਗਏ ਸੀ, ਨੀਲ ਵਸਤਰ ਧਾਰ ਬਨਵਾਰੀ ਬਾਬਾ ਫੇਰ ਮੱਕੇ ਗਿਆ। ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉਹੋ ਜਿਹਾ ਭੇਖ ਬਣਾ ਕੇ ਗਏ। ਭੇਖ ਸਰੀਰ ਦੇ ਜਿਹੜੇ ਕੱਪੜੇ ਲੀੜੇ ਹੁੰਦੇ ਆ ਨਾ, ਰੱਬ ਇਹਨਾਂ ਨਾਲ ਨਹੀਂ ਜੁੜਿਆ, ਅਸੀਂ ਕੱਪੜੇ ਲੀੜਿਆਂ ਨਾਲ ਜੋੜਦੇ ਹਾਂ। ਗੁਰੂ ਨਾਨਕ ਨੇ 4 ਉਦਾਸੀਆਂ ਲਾ ਕੇ ਸੰਗਤ ਜੀ ਬਾਅਦ ਵਿੱਚ ਉਹ ਕੱਪੜੇ ਲਾ ਕੇ ਗ੍ਰਿਸ਼ਤੀਆਂ ਵਾਲੇ ਕੱਪੜੇ ਪਾ ਲਏ ਸੀ, ਤੇ ਉਹ ਭੰਗਵੇਂ ਕੱਪੜੇ ਉਦਾਸੀਆਂ ਵਾਲੇ ਬਾਬਾ ਸ਼੍ਰੀ ਚੰਦ ਜੀ ਦੇ ਹਿੱਸੇ 'ਚ ਆਏ ਸਨ, ਕਿਉਂਕਿ ਉਹਨਾਂ ਦੀ ਬਿਰਤੀ ਬਰਾਗ ਵਾਲੀ ਸੀ, ਤਿਆਗ ਵਾਲੀ ਸੀ ਔਰ ਪ੍ਰਚਾਰ ਵਾਲੀ ਸੀ। ਬਾਬਾ ਸ਼੍ਰੀ ਚੰਦ ਜੀ ਨੇ ਉਹ ਵਸਤਰ ਧਾਰਨ ਕੀਤੇ। ਇਹ ਜਿਹੜਾ ਪੰਥ ਹੈ ਉਦਾਸੀ, ਬਾਬਾ ਸ਼੍ਰੀ ਚੰਦ ਜੀ ਨੇ ਵੱਖਰਾ ਕਿਵੇਂ ਚਲਾ ਲਿਆ? ਮੈਨੂੰ ਤਾਂ ਨਹੀਂ ਸਮਝ ਆ ਰਹੀ ਵੀ ਗੁਰੂ ਨਾਨਕ ਸਾਹਿਬ ਉਸ ਸਮੇਂ ਪਰਿਕਰਮਾ ਕਰ ਰਹੇ ਹੈ, ਰਮਤ ਕਰ ਰਹੇ ਹੈ। ਗੁਰੂ ਨਾਨਕ ਨੂੰ ਉਦਾਸੀ ਮੰਨਿਆ ਜਾਂਦਾ ਹੈ, ਨਾਨਕ ਭਇਆ ਉਦਾਸੀ, ਤੇ ਉਹਨਾਂ ਨੇ ਆਪਣੇ ਗੁਰੂ ਨਾਨਕ ਨੂੰ ਉਦਾਸੀ ਕਹਿਣ ਲੱਗੇ ਇਹਨਾਂ ਢਿੱਡ ਨਹੀਂ ਪੀੜ ਕਰਦੇ, ਤੇ ਬਾਬਾ ਸ਼੍ਰੀ ਚੰਦ ਜੀ ਨੇ ਵੱਖਰਾ ਪੰਥ ਚਲਾਇਆ ਉਦਾਸੀ, ਤੇ ਇਹਨਾਂ ਦਾ ਢਿੱਡ ਪੀੜ ਕਰਨ ਲੱਗ ਜਾਂਦੇ ਨੇ। ਮੈਂ ਬਹੁਤ ਮਹਿਸੂਸ ਕਰਦਾ ਕਿ ਸਾਡੀ ਬੁੱਧੀ ਮੋਟੀ ਹੋ ਗਈ ਹੈ ਪਿੱਤਲ ਦੇ ਆ ਸਟੀਲ ਦੇ ਭਾਂਡਿਆਂ 'ਚ ਖਾ ਖਾ ਕੇ। ਸੰਗਤ ਜੀ ਬੁੱਧੀ ਤੇ ਥੋੜਾ ਦਬਾਅ ਪਾਉਣਾ ਚਾਹੀਦਾ। ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਪਣੇ ਪੁੱਤਰ ਤੇ, ਲੈ ਸ੍ਰੀ ਚੰਦ ਮੂਲ ਮੰਤਰ ਦਾ ਸਿੱਖੀ ਦਾ ਤੂੰ ਪ੍ਰਚਾਰ ਕਰਨਾ। ਤੇ ਇੱਕ ਬਾਬਾ ਸ਼੍ਰੀ ਚੰਦ ਜੀ ਨੇ ਜਿਨ੍ਹਾਂ ਨੇ ਆਪਣੇ ਮਾਤਰਾ ਬਾਣੀ ਵਿੱਚ ਕਿਹਾ, ਹਰ ਆਰਤਾ ਕੀਜੇ ਨਾਨਕ ਸਾਹ ਪਾਤਸ਼ਾਹ ਕਾ, ਹਰ ਹਰ ਦੀਨ ਦੁਨੀਆ ਕੇ ਸ਼ਹਿਨशाह। ਆਪਣੇ ਪਿਤਾ ਨੂੰ ਬਾਦਸ਼ਾਹ ਸ਼ਹਿਨशाह ਪਾਤਸ਼ਾਹ ਕਿਹਾ, ਉਹ ਇਕੱਲੇ ਇੱਕ ਹੀ ਨੇ, ਬਾਬਾ ਸ਼੍ਰੀ ਚੰਦ ਜੀ। ਸਤਿ ਸ੍ਰੀ ਅਕਾਲ। ਹੁਣ ਸਮਾਂ ਕੀਮਤੀ ਹੈ। ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ, ਦੇਖੋ ਜੀ, ਮੰਨ ਲਓ ਸਾਡੇ ਸਿੱਖਾਂ ਦੀ ਨਿਗਾਹ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਵੱਖਰੇ ਨੇ, ਗੁਰੂ ਪੰਥ ਤੋਂ ਵੱਖਰੇ ਨੇ, ਸਾਡੀਆਂ ਅੱਖਾਂ 'ਚ ਜ਼ੀਰੋ ਨੇ, ਸਾਡੇ ਦਿਲ 'ਚ ਜ਼ੀਰੋ ਨੇ। ਐ ਪਲਿਓ ਲੋਕੋ, ਗੁਰੂ ਹਰਗੋਬਿੰਦ ਸਾਹਿਬ ਦੀ ਰੀਸ ਕਰ ਲੋਗੇ? ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਵੱਡਾ ਪੁੱਤਰ ਬਾਬਾ ਗੁਰਦਿੱਤਾ ਬਾਬਾ ਸ਼੍ਰੀ ਚੰਦ ਨੂੰ ਦੇ ਰਹੇ ਨੇ। ਜੇ ਗੁਰੂ ਘਰ ਦੀ ਅਟੈਚਮੈਂਟ ਹੈ ਤੇ ਗੁਰੂ ਘਰ ਨਾਲ ਜੁੜੇ ਆ, ਗੁਰੂ ਸਿਧਾਂਤਾਂ ਨਾਲ ਜੁੜੇ ਆ, ਤੇ ਸੰਗਤ ਜੀ ਪੁੱਤਰ ਐਵੇਂ ਨਹੀਂ ਦਿੱਤੇ ਜਾਂਦੇ। ਛੋਟੀ ਜਿਹੀ ਉਮਰ ਵਿੱਚ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਮੱਤ ਦੀ ਜਿਹੜੀ ਗੱਦੀ ਜਾਣਸੀਨ ਸੀ ਉਹਨਾਂ ਨੂੰ ਬਣਾਇਆ ਗਿਆ ਸੀ, ਤੇ ਗੁਰੂ ਘਰ ਦੀ ਦਾਤ ਸੀ ਤੇ ਗੁਰੂ ਘਰ 'ਚ ਦਿੱਤੀ ਗਈ ਹੈ। ਪਤਾ ਨਹੀਂ ਅੱਜ ਸਾਡੇ ਵਾਲਿਆਂ ਨੂੰ ਕੀ ਹੋ ਗਿਆ। ਸਾਰੀ ਜ਼ਿੰਦਗੀ ਬਾਬਾ ਜੀ ਨੇ ਗੁਰੂ ਨਾਨਕ ਦਾ ਪ੍ਰਚਾਰ ਰੱਜ ਕੇ ਕੀਤਾ, ਔਰ ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਨਾਨਕ ਨੂੰ ਗੁਰੂ ਮੰਨ ਕੇ ਆਰਾਧਿਆ, ਔਰ ਗੁਰੂ ਨਾਨਕ ਦੇ ਸਿਧਾਂਤ ਦੀ ਕਦੇ ਵੀ ਉਲੰਘਣਾ ਨਹੀਂ ਕੀਤੀ। ਕੀ ਹੋ ਗਿਆ? ਜਟਾਵਾਂ ਹੀ ਸਨ। ਉਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਟਾ ਜੂਟ ਜੜਾਵਾਂ ਹੁੰਦੀਆਂ ਸਨ, ਤੇ ਕੇਛਾ ਧਾਰੀ ਵੀ ਸਨ। ਅੰਮ੍ਰਿਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ 'ਚ ਆਇਆ ਭਾਈ। ਉਹ ਗੁਰੂ ਨਾਨਕ ਦੇਵ ਦੇ ਸਮੇਂ 'ਚ ਅੰਮ੍ਰਿਤ ਕਿਸ ਚੀਜ਼ ਨੂੰ ਕਿਹਾ ਜਾਂਦਾ ਸੀ? ਨਾਨਕ ਅੰਮ੍ਰਿਤ ਏਕ ਦੂਜਾ ਅੰਮ੍ਰਿਤ ਨਾਏ। ਅੰਮ੍ਰਿਤ ਦੀ ਦਾਤ ਸਾਨੂੰ ਆਨੰਦਪੁਰ ਸਾਹਿਬ ਤੋਂ ਮਿਲੀ ਹੈ। ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਦੇ ਵਿੱਚ ਹਜ਼ਾਰਾਂ ਉਦਾਸੀ ਸਾਧੂ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਬੈਠੇ ਹੁੰਦੇ। ਜਿੱਦਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤੁਹਾਨੂੰ ਪਤਾ ਉਹਦੀ ਦੇਖ ਰੇਖ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਖਸ਼ ਉਦਾਸ ਉਦਾਸੀ ਸੰਤਾਂ ਨੂੰ ਸੇਵਾ ਦਿੱਤੀ ਸੀ। ਔਰ ਇਹ ਵੀ ਤੁਸੀਂ ਯਾਦ ਰੱਖਿਓ, ਹਜ਼ੂਰ ਸਾਹਿਬ ਦੀ ਸੇਵਾ ਵੀ ਉਦਾਸੀ ਸੰਤ ਕਰਦੇ ਆਏ ਹੈ। ਜਿੰਨੇ ਵੀ ਗੁਰੂ ਘਰ ਸਨ, ਗੁਰੂ ਤੀਰਥ ਸਨ, ਗੁਰੂ ਅਸਥਾਨ ਸਨ, ਹੋ ਸਕਦਾ ਉਦਾਸੀਆਂ ਕੋਲ ਖੋਏ ਨਾ ਜਾਂਦੇ ਜੇ ਸਾਡੇ ਕੁਛ ਮਹੰਤ ਚੰਗੇ ਹੁੰਦੇ। ਅੱਜ ਕੱਲ੍ਹ ਦੇ ਮਹੰਤਾਂ ਨੂੰ ਤੇ ਮਾਤਰਾ ਸਾਹਿਬ ਦੀ ਬਾਣੀ ਨਹੀਂ ਯਾਦ। ਇਹ ਸੱਚ ਹੈ। ਪਿੱਛੇ ਦੇ ਇੱਕ ਸੰਤ ਮਿਲੇ, ਉਹਨਾਂ ਨੂੰ ਅਸੀਂ
ਉਹ ਦੱਸਦੇ ਆ ਕਿ ਬਾਬਾ ਸ਼੍ਰੀ ਚੰਦ ਦਾ ਜਨਮ ਕਹਿੰਦੇ ਤਲਵੰਡੀ ਰਾਏ ਭੋਏ ਕੇ ਤਲਵੰਡੀ ਹੋਇਆ। ਮੈਂ ਮੱਥੇ ਤੇ ਹੱਥ ਮਾਰਿਆ, ਮੈਂ ਕਿਹਾ ਬਾਬਾ ਜੀ ਪ੍ਰਚਾਰ ਤੁਸੀਂ ਸਵਾਹ ਕਰਨਾ ਜੇ। ਉਹ ਜਿਹਨੂੰ ਆਪਣੇ ਮੁਰਸ਼ਦ ਦਾ ਹੀ ਨਹੀਂ ਪਤਾ ਜਨਮ ਕਿੱਥੇ ਹੋਇਆ। ਮੈਂ ਇਹ ਬਾਬਿਆਂ ਨੂੰ ਬੇਨਤੀ ਕਰਦਾ, ਇਤਿਹਾਸ ਪੜ੍ਹੋ, ਥੋੜ੍ਹਾ ਜਿਹਾ ਜਾਗੋ, ਨਸ਼ਿਆਂ 'ਚੋਂ, ਜ਼ਮੀਨਾਂ ਜਾਇਦਾਦਾਂ ਦੇ ਭਰਮਾਂ 'ਚੋਂ ਨਿਕਲੋ। ਅੱਜ ਸਮੇਂ ਨੂੰ ਜ਼ਰੂਰਤ ਹੈ, ਸੰਸਾਰ ਦੁੱਖਾਂ ਦੇ ਵਿੱਚ ਹੈ, ਲੋਕ ਭੜਕੇ ਹੈ। ਜੋ ਗੁਰੂ ਨਾਨਕ ਨੇ ਸਾਨੂੰ ਵਰ ਤੇ ਵਰਦਾਨ ਦਿੱਤਾ ਸੀ ਨਾ, ਉਸ ਸਰੂਪ ਚੱਲੋ। ਬਾਬਾ ਸ਼੍ਰੀ ਚੰਦ ਦਾ ਜਨਮ ਸੁਲਤਾਨਪੁਰ ਸਾਹਿਬ ਹੋਇਆ। ਇਹ ਪਹੁੰਚ ਜਾਂਦੇ ਰਾਏ ਭੋਏ ਕੀ ਤਲਵੰਡੀ। ਮੈਂ ਕਿਹਾ ਉੱਥੇ ਗੁਰੂ ਨਾਨਕ ਦਾ ਹੋਇਆ। ਬਾਬਾ ਜੀ ਇੰਨੀ ਮਾੜੀ ਹਾਲਤ, ਮਾਤਰਾ ਸਾਹਿਬ ਦਾ ਪਾਠ ਹੀ ਨਹੀਂ ਆਉਂਦਾ ਉਹਨਾਂ ਨੂੰ। ਚਾਹੇ ਮੇਸ਼ ਮੁਨੀ ਜੀ ਮਹਾਰਾਜ ਬੈਠੇ ਅਖਾੜੇ 'ਚੋਂ ਹੈ, ਇਹ ਤਾਂ ਮੇਰੇ ਭਰਾ ਨੇ, ਇਹਨਾਂ ਨੂੰ ਬਾਣੀ ਬੜੀ ਕੰਠ ਹੈ। ਸੁਖਮਨੀ ਸਾਹਿਬ ਦਾ ਰੋਜ਼ ਜਾਪ ਕਰਦੇ ਨੇ। ਐਸੇ ਮਹਾਤਮਾ ਨੇ ਜਿਹੜੇ ਜੁੜੇ ਵੀ ਨੇ। ਮੈਂ ਅੱਗੇ ਵੀ ਕਿਹਾ, ਮੈਂ ਆਪਣੀ ਜ਼ਿੰਦਗੀ 'ਚ ਕਿਸੇ ਦੇ ਜੀਵਨ ਤੇ ਟਿੱਪੀ ਕਿੰਤੂ ਪਰੰਤੂ ਨਹੀਂ ਕੀਤਾ, ਪਰ ਅੱਜ ਮੇਰੇ ਦਿਲ ਸੀ ਪਿੱਛੇ ਕਿ ਅਸੀਂ ਬਾਬਾ ਸ਼੍ਰੀ ਚੰਦ ਨੂੰ ਦਿਖਾ ਹੀ ਨਹੀਂ ਸਕੇ ਸੰਸਾਰ ਨੂੰ ਕੀ ਨੇ। ਬਾਬਾ ਸ਼੍ਰੀ ਚੰਦ ਦੀ ਗੱਲ ਛੱਡੋ, ਸਾਡੇ ਸਿੱਖ ਇੱਕ ਸਿੱਖ ਮੱਤ ਨੂੰ ਵਿਸ਼ਵ 'ਚ ਵਿਖਾ ਨਹੀਂ ਸਕੇ ਕਿ ਸਿੱਖ ਵੀ ਕੀ ਨੇ। ਅਸੀਂ ਲੜਨ ਨੂੰ ਬੱਬਰ ਸ਼ੇਰ ਆ। ਉਹ ਭਾਈ ਸਭ ਕੁਛ ਲੜਾਈ ਨਹੀਂ ਹੁੰਦੀ। ਪਿਆਰ, ਬੰਦਗੀ, ਜਪ ਤਪ, ਬਹੁਤ ਸਾਰੀਆਂ ਚੀਜ਼ਾਂ। ਦਇਆ, ਗੁਰੂ ਨਾਨਕ ਦਾ ਧਰਮ ਦਇਆ ਸਿਖਾਉਂਦਾ, ਬਹੁਤ ਕੁਛ ਪਿਆਰ ਸਿਖਾਉਂਦਾ। ਗੁਰੂ ਨਾਨਕ ਦਾ ਧਰਮ ਦੂਸਰੇ ਧਰਮ ਨੂੰ ਥੱਲੇ ਨੂੰ ਡੇਗਦਾ। ਗੁਰੂ ਨਾਨਕ ਦਾ ਧਰਮ ਡਿੱਗਿਆਂ ਨੂੰ ਚੁੱਕਦਾ। ਗੁਰੂ ਨਾਨਕ ਡੁੱਬਦਿਆਂ ਦੀ ਬਾਂਹ ਫੜਨ ਵਾਲਾ। ਹੋ ਜੋਸ਼ ਹੋਣਾ ਜ਼ਰੂਰੀ, ਪਰ ਜੋਸ਼ 'ਚ ਪਾਈ ਹੋਸ਼ ਵੀ ਬੜੀ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਜੋ ਸਨ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਉਹ ਦ੍ਰਿਸ਼ ਸਰੂਪ ਲੋਕਾਂ ਨੂੰ ਵਿਖਾ ਨਹੀਂ ਸਕੇ। ਸਾਡੀ ਤਰਾਸਦੀ ਹੈ। ਕਲਗੀਧਰ ਪਾਤਸ਼ਾਹ ਵਰਗਾ ਕਵੀ, ਕਲਗੀਧਰ ਪਾਤਸ਼ਾਹ ਵਰਗਾ ਯੋਧਾ ਸੂਰਮਾ, ਕਲਗੀਧਰ ਪਾਤਸ਼ਾਹ ਵਰਗਾ ਦਾਨੀ, ਕਲਗੀਧਰ ਪਾਤਸ਼ਾਹ ਵਰਗਾ ਸੰਗਤ ਜੀ ਗੁਰੂ ਇਸ ਜਗਤ 'ਚ ਨਾ ਹੋਇਆ, ਨਾ ਹੋਣਾ। ਸਤਿ ਸ੍ਰੀ ਅਕਾਲ। ਅਸੀਂ ਆਪਣੇ ਗੁਰੂਆਂ ਦੀ ਆਣ ਬਾਣ ਸ਼ਾਨ ਨੂੰ ਵੀ ਲੋਕਾਂ ਦੇ ਵਿੱਚ ਵਿਸ਼ਵ ਵਿੱਚ ਪ੍ਰਚਾਰ ਨਹੀਂ ਸਕੇ। ਆ ਵਿਦੇਸ਼ਾਂ 'ਚ ਵੀ ਦੇਖਿਆ ਤੁਸੀਂ, ਜਦੋਂ ਲੜਦੇ ਆ ਤੇ ਪੁਲਿਸ ਵਾਲਾ ਜੁੱਤੀਆਂ ਲੈ ਕੇ ਗੁਰਦੁਆਰਿਆਂ 'ਚ ਵੜ ਜਾਂਦੇ ਆ। ਸਿੱਖ ਦੀ ਦਾੜੀ ਪੁੱਟ ਰਿਹਾ, ਐਸੀ ਦਸ਼ਾ ਹੈ, ਸਿੱਖ ਦੀ ਦਾੜੀ ਪੁੱਟਦਾ। ਅਸੀਂ ਕਿਰਪਾਨਾਂ ਕੱਢ ਕੇ ਗੁਰਦੁਆਰਿਆਂ 'ਚ ਲੜ ਕੇ ਜਲੂਸ ਦਿਖਾਉਂਦੇ ਲੋਕਾਂ ਨੂੰ। ਸਿੱਖ ਐਸਾ ਨਹੀਂ ਹੈ। ਸਿੱਖ ਬੜਾ ਦਿਆਲੂ ਹੈ। ਸਿੱਖ ਐਸਾ ਨਹੀਂ ਹੈ। ਸਿੱਖ ਬੜਾ ਪਿਆਰ ਦਾ ਮੂਰਤ ਹੈ, ਦਇਆ ਕਰਨ ਵਾਲਾ। ਦੇਖੋ ਭਾਰਤ ਦੇ ਵਿੱਚ ਕਿੰਨਾ ਸੰਗਰਾਮ ਰਿਹਾ। ਜਦੋਂ ਅਬਦਾਲੀ ਵਰਗੇ, ਸਿਕੰਦਰ ਵਰਗੇ ਛੱਡ ਕੇ ਜਾਂਦੇ ਆ, ਇਸ ਭਾਰਤ ਦੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਰੁਲਦੀ ਹੈ। ਤੇ ਇਸ ਭਾਰਤ ਦੇ ਮੁਲਕ ਦੇ ਵਿੱਚੋਂ ਜਦੋਂ ਉਹ ਬਹੁ ਬੇਟੀਆਂ ਲੈ ਕੇ ਜਾ ਰਹੇ ਹੁੰਦੇ ਆ, ਤੇ ਕੌਣ ਅੱਗੇ ਆਇਆ ਸੀ? ਸਿੱਖ ਅੱਗੇ ਆਏ ਨਾ। ਜਦੋਂ ਵੀ ਸਮਾਂ ਆਉਣਾ, ਸਿੱਖ ਕੌਮ ਨੇ ਅੱਗੇ ਆਉਣਾ। ਤੇ ਸਾਡੇ ਸਿੱਖਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਸਭ ਦਾ ਸਤਿਕਾਰ ਕਰਿਆ ਕਰੋ, ਅਦਬ ਕਰਿਆ ਕਰੋ। ਬਾਲਟ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਨੇ ਮਹਾਨ ਤਪੱਸਿਆ ਕੀਤੀ। ਅੱਜ ਵੀ ਉੱਥੋਂ ਦੀ ਸੇਵਾ ਬਾਬਾ ਜਗਤਾਰ ਸਿੰਘ ਜੀ ਕਾਰਜ ਵਾਲੇ ਮਹਾਂਪੁਰਸ਼ ਕਰਵਾ ਰਹੇ। ਫਿਰ ਮੈਂ ਦੁਬਾਰਾ ਦੱਸਾਂ ਕਿ ਉਸ ਸਮੇਂ ਭਾਈ ਗੁਰੂ ਨਾਨਕ ਦੇਵ ਜੀ ਸਮੇਂ ਦੇ ਵਿੱਚ ਮੁੱਢ ਵੱਜਿਆ ਨਹੀਂ ਸੀ ਮਰਿਆਦਾ ਦਾ। ਔਰ ਦੂਸਰਾ, ਉਦੋਂ ਸਿੱਖ ਧਰਮ ਸ਼ੁਰੂ ਹੋਇਆ। ਤੀਸਰਾ, ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ 'ਚ ਆਇਆ। ਤੇ ਸੰਗਤ ਜੀ ਉਦੋਂ ਸਾਰੇ ਨਾਮ ਦਾ ਹੀ ਅੰਮ੍ਰਿਤ ਪੀਂਦੇ ਸੀ। ਅੰਮ੍ਰਿਤ ਵੇਲੇ ਦਾ ਅੰਮ੍ਰਿਤ ਪੀਂਦੇ ਸੀ। ਸਿਧਾਂਤਾਂ ਨੂੰ ਫੋਲੋ ਕਰਦੇ ਸੀ। ਅੰਮ੍ਰਿਤ ਜਦੋਂ ਆਇਆ ਤੇ ਉਦਾਸੀ ਹਮੇਸ਼ਾ ਆਪਣੇ ਆਪ ਨੂੰ ਨਾਨਕ ਪੰਥੀ, ਨਾਨਕ ਕੇ ਬੱਚੇ, ਨਾਨਕ ਦੇ ਇੱਕ ਸਿੱਖ ਤੇ ਸੰਸਕ੍ਰਿਤ ਦਾ ਸਿੱਖ। ਸਿੱਖ ਤੇ ਸਿੱਖ 'ਚ ਕੋਈ ਫਰਕ ਨਹੀਂ ਹੈ। ਸਿੱਖ ਤੇ ਸਿੱਖਾ ਸੰਸਕ੍ਰਿਤ ਦਾ, ਸਿੱਖ ਹੈ ਪੰਜਾਬੀ ਗੁਰਮੁਖੀ ਦਾ।
ਜੇ ਆਪਾਂ ਕਹੀਏ ਨਾ ਅਸੀਂ ਫਲਾਣੇ ਦੇ ਸਿੱਖ ਹਾਂ, ਸਾਡਾ ਇਸ਼ਟ, ਸਾਡਾ ਸਾਰਿਆਂ ਦਾ ਗੁਰਦੇਵ ਇਹੀ ਹੈ ਗੁਰੂ ਗ੍ਰੰਥ ਸਾਹਿਬ। ਸਾਰੇ ਇਸ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਂਦੇ ਆਏ ਅਤੇ ਲੈਂਦੇ ਰਹਿਣਗੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਮਨੁੱਖੇ ਜੀਵਨ ਨੂੰ ਬਦਲ ਕੇ ਰੱਖ ਦਿੰਦੀ। ਪੜੋ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਆਓ, ਜਿਨ੍ਹਾਂ ਦੇ ਮਨਾਂ ਸਵਾਲ ਆਉਂਦੇ ਹੋਣਗੇ ਉਹ ਦਾਸ ਨੂੰ ਕਿਸੇ ਪ੍ਰਕਾਰ ਵੀ ਪੁੱਛ ਸਕਦੇ ਆ। ਆਪਾਂ ਕਿਤੇ ਭੱਜੇ ਨਹੀਂ, ਇੱਥੇ ਬੈਠੇ ਹਾਂ। ਤੇ ਸੰਗਤ ਜੀ, ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਮਹਾਂਪੁਰਸ਼ ਕਰਕੇ, ਇੱਕ ਗੁਰੂ ਪੁੱਤਰ ਜਾਣ ਕੇ ਆਪਾਂ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ ਔਰ ਕਰਦੇ ਰਵਾਂਗੇ। ਉਹਨਾਂ ਦੀ ਮਹਾਨ ਤਪੱਸਿਆ ਕਰਕੇ ਲੋਕਾਂ ਦੇ ਦੁੱਖ ਠੀਕ ਹੁੰਦੇ ਨੇ, ਲੋਕਾਂ ਦੇ ਦਰਦ ਠੀਕ ਹੁੰਦੇ ਨੇ, ਲੋਕਾਂ ਨੂੰ ਜੀਵਨ ਮਿਲਦਾ। ਸਾਰੀ ਜ਼ਿੰਦਗੀ ਉਹ ਤਪੱਸਵੀ ਨੇ ਅੱਖਾਂ ਬੰਦ ਰੱਖੀਆਂ, ਬਰਾਗ ਦਾ ਜੀਵਨ ਜੀਵਿਆ। ਕੋਈ ਅਖਾੜਾ ਨਹੀਂ ਬਣਾਇਆ, ਕੋਈ ਮੰਦਰ ਨਹੀਂ ਬਣਾਇਆ, ਕੋਈ ਕੁਟੀਆ ਨਹੀਂ ਬਣਾਈ, ਕੋਈ ਡੇਰਾ ਨਹੀਂ ਬਣਾਇਆ। ਸਾਰੀ ਜ਼ਿੰਦਗੀ ਜੰਗਲਾਂ 'ਚ ਰਹਿ ਕੇ ਤਪ ਕੀਤਾ। ਅੱਜ ਅਸੀਂ ਉਸ ਮਹਾਨ ਤਪੱਸਵੀ ਦਾ ਸਤਿਕਾਰ ਕਿਸ ਤਰੀਕੇ ਨਾਲ ਕਰ ਰਹੇ ਹਾਂ। ਜੇਕਰ ਜਗਤ ਖੜਿਆ ਤਾਂ ਤਪੱਸਵੀਆਂ ਕਰਕੇ ਖੜਿਆ। ਆਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਤਿਬੁੱਧੀ ਬਖਸ਼ਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰਨ। ਸਮੇਂ ਸਮੇਂ ਦੌਰਾਨ ਹਰ ਸੰਪਰਦਾ 'ਚ, ਹਰ ਜਥੇਬੰਦੀਆਂ 'ਚ, ਹਰ ਪਾਰਟੀਆਂ 'ਚ ਕੋਈ ਐਸੀ ਚੀਜ਼ ਮਾੜੀ ਨਹੀਂ ਹੁੰਦੀ, ਕੁਛ ਬੰਦੇ ਮਾੜੇ ਹੋ ਜਾਂਦੇ ਹੈ। ਆਓ, 528ਵਾਂ ਪ੍ਰਕਾਸ਼ ਪੁਰਬ ਆ ਰਿਹਾ। ਜਿਹੜੀ ਸੰਪਰਦਾ ਇੰਨੀ ਪੁਰਾਣੀ ਹੈ, ਕਿਤੇ ਨਾ ਕਿਤੇ ਘਾਟੇ ਵਾਧੇ ਹੋ ਜਾਂਦੇ ਹੈ। ਮੈਂ ਫਿਰ ਬੇਨਤੀ ਕਰਾਂ, ਗੁਰੂ ਨਾਨਕ ਅਕਾਲ ਪੁਰਖ ਸਨ ਅਤੇ ਗੁਰੂ ਨਾਨਕ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੇਵ ਸ਼੍ਰੀ ਗੁਰੂ ਨਾਨਕ ਸਨ। ਕੋਈ ਅਬਨਾਸੀ ਮੁਨੀ ਗੁਰੂ ਨਹੀਂ ਹੈ। ਇਸ ਕਰਕੇ ਸੰਗਤ ਜੀ, ਆਓ ਇਹਨਾਂ ਭਰਮਾਂ 'ਚੋਂ ਨਿਕਲੀਏ ਔਰ ਇੱਕ ਧਾਰਨਾ ਪੜ੍ਹ ਕੇ ਥੋੜ੍ਹਾ ਸਮਾਂ ਜਾਪ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਤੇ ਥੋੜ੍ਹਾ ਥੋੜ੍ਹਾ ਸਮਾਂ ਮਹਾਂਪੁਰਸ਼ਾਂ ਨੇ ਵੀ ਲਾਉਣਾ। ਆਓ ਸਾਰੇ ਪੜ੍ਹੀਏ।